कि गज्जन माजरा तुसीं देख लिया, तुहाडे हलके दे ने ओह, किद्दां दे शख्स ने, की जिहड़े आरोप उन्हां ते लग रहे ने ओह सही हो सकदे ने? देखो जी, इत्थे ना आम आदमी पार्टी की बीजेपी तो सिक्ख्या एक मॉडल चल रहा है कि साडी पार्टी जिहड़ा आवे वॉशिंग मशीन धुल के ईमानदार बन के निकल जाए। साडी पार्टी च आउण तो बाद कोई चोर नहीं। 5 फरवरी 2019 ਨੂੰ ਡੈਟ ਰਿਕਵਰੀ ਟ੍ਰਿਬਿਊਨਲ ਦੀ ਇੱਕ ਜਜਮੈਂਟ ਹੈ ਕਿ 52 ਕਰੋੜ ਦਾ ਇਹਨਾਂ ਦਾ ਕਰਜ਼ਾ ਹੈ 2011 ਤੋਂ 2014 ਵਿੱਚ ਲਿੱਤਾ ਗਿਆ। ਉਹਦੇ ਉੱਤੇ 13.45% ਦਾ ਬੈਂਕ ਕੋਰਟ ਨੇ ਇੰਟਰਸਟ ਲਾਇਆ ਕਿ ਇਹ ਵਾਪਸ ਮੋੜਨ, ਜੇ ਨਹੀਂ ਮੋੜਦੇ ਇਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰ। ਤੁਹਾਡੇ ਪਾਰਟੀ 'ਚ ਆਉਣ ਤੋਂ ਪਹਿਲਾਂ ਕਿਸੇ ਨੇ ਕਰਪਸ਼ਨ ਕੀਤੀ ਹੈ, ਤੁਸੀਂ ਉਹਨੇ ਸ਼ਾਇਦ ਤੁਹਾਡੀ ਪਾਰਟੀ ਤਾਂ ਜੁਆਇਨ ਕੀਤੀ ਹੋਏ ਕਿ ਸਾਡਾ 52 ਕਰੋੜ ਮਾਫ ਹੋ ਜਾਊਗਾ, ਨਾਲੇ ਥੋੜੀ ਤਾਕਤ ਮਿਲ ਜੂਗੀ, ਨਾਲੇ ਸਰ ਥੋੜਾ ਪਾਰਟੀ ਨੂੰ ਫੰਡ ਫੜਾਤਾ ਹੋਊਗਾ। ਅੱਜ ਤੁਸੀਂ ਉਸ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਵੰਡ ਰਹੇ ਹੋ। ਉਹਨਾਂ ਦਾ ਕੋਈ ਐਨਾਲਿਸਿਸ ਨਹੀਂ ਕੀਤਾ ਗਿਆ, ਕੋਈ ਸਰਵੇ ਨਹੀਂ ਕੀਤਾ ਗਿਆ, ਉਹਨਾਂ ਦਾ ਜਿਹੜਾ ਪ੍ਰੋਫਾਈਲ ਆ ਉਹਨੂੰ ਨਹੀਂ ਚੈੱਕ ਕੀਤਾ ਗਿਆ, ਸਿਰਫ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਜਿੱਦਾਂ ਤੁਸੀਂ ਗਿਆ ਕਿ ਉਹ ਫੰਡਾਂ ਦੇ ਆਧਾਰ ਤੇ। ਆਪਾਂ ਬੜਾ ਕਲੀਅਰਲੀ ਦੇਖ ਪਾ ਰਹੇ ਹਾਂ ਕਿ ਦਿੱਲੀ ਦੀ ਇੱਕ ਐਕਸਾਈਜ਼ ਪਾਲਿਸੀ ਬਣੀ ਜਿਹਨੇ ਪ੍ਰਾਈਵੇਟ ਕੁਝ ਪੂੰਜੀਪਤੀਆਂ ਨੂੰ ਫਾਇਦਾ ਦੇ ਕੇ ਸਾਰੇ ਸਰਕਾਰੀ ਸ਼ਰਾਬ ਦੇ ਠੇਕੇ ਬੰਦ ਕੀਤੇ ਤੇ ਬਾਕੀ ਸਾਰੇ ਕਾਰੋਬਾਰ ਖਤਮ ਕੀਤੇ। ਉਹਦੇ ਨਾਲ ਇਹਨਾਂ ਨੇ ਪੰਜਾਬ ਦੀ ਇਲੈਕਸ਼ਨ ਲੜੀ। ਕੁਝ ਗਿਣੇ ਚੁਣੇ ਦਿੱਲੀ ਦੇ ਪੂੰਜੀਪਤੀ ਜਿਨ੍ਹਾਂ ਨੇ ਥੋੜੀ ਪਹਿਲਾਂ ਮਦਦ ਕੀਤੀ, ਹੁਣ ਦਿੱਲੀ ਤੋਂ ਪਾਲਿਸੀ ਬੰਦ ਹੋ ਗਈ, ਉਹਨੂੰ ਤੁਸੀਂ ਪੰਜਾਬ ਵਿੱਚ ਸਾਰਾ ਕਾਰੋਬਾਰ ਫੜਾ ਦਿਓ ਕਿ ਤੁਸੀਂ ਗੁਜਰਾਤ ਤੇ ਹਿਮਾਚਲ ਦੀ ਇਲੈਕਸ਼ਨ ਲੜ ਸਕੋ, ਉਸ ਤੋਂ ਬਾਅਦ ਦੇਸ਼ ਦੀ ਇਲੈਕਸ਼ਨ ਲੜ ਸਕੋ। ਤੁਸੀਂ ਕਹਿੰਦੇ ਸੀ ਖਜ਼ਾਨਾ ਪੀਪਾ ਹੈ ਇਹਨੂੰ ਭਰਨਾ। ਤੁਹਾਡੇ 5 ਮੰਤਰੀਆਂ ਨੇ ਕੁਝ ਦਿਨ ਪਹਿਲਾਂ 5 ਮਹੀਨੇ ਪੂਰੇ ਹੋਣ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਨੇ 10,700 ਕਰੋੜ ਦਾ ਅਸੀਂ ਨਵਾਂ ਕਰਜ਼ਾ ਲਿਆ 5 ਮਹੀਨਿਆਂ 'ਚ। ਮਤਲਬ ਤੁਸੀਂ 6 ਮਹੀਨੇ ਲਾ ਲਓ 12,000 ਕਰੋੜ ਦਾ ਕਰਜ਼ਾ, ਸਾਲ 24,000 ਕਰੋੜ ਦਾ ਕਰਜ਼ਾ। ਮਤਲਬ 5 ਸਾਲਾਂ 'ਚ ਬਿਨਾਂ ਕੋਈ ਵਾਅਦਾ ਪੂਰਾ ਕੀਤੇ, ਬਿਨਾਂ ਔਰਤਾਂ ਨੂੰ 1000 ਰੁਪਏ ਦਿੱਤੇ, ਬਿਨਾਂ ਕੋਈ ਕੁਝ ਕੰਮ ਕੀਤੇ ਤੁਸੀਂ 1.25 ਲੱਖ ਕਰੋੜ ਦਾ ਕਰਜ਼ਾ ਚਾੜਨ ਲੱਗੇ। ਕੈਬਨਿਟ ਮੰਤਰੀ ਨੇ ਕੁਲਦੀਪ ਧਾਲੀਵਾਲ ਸਾਹਿਬ, ਉਹਨਾਂ ਨੇ ਕਿਹਾ ਸੀ, ਕਹਿੰਦੇ ਕਿ ਕਾਂਗਰਸ ਦੇ ਕੋਲ ਕੋਈ ਮੁੱਦੇ ਨਹੀਂ ਆ ਤਾਂ ਕਰਕੇ ਸਿਰਫ ਸਵਾਲ ਚੱਕ ਰਹੀ ਹੈ। ਤੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਸੀ ਕਿ ਜੇਕਰ ਅਸੀਂ ਦਿੱਲੀ 'ਚੋਂ ਪਾਲਿਸੀ ਵਾਪਸ ਲਈ ਸੀ ਜਾਂ ਇੱਥੇ ਲਗਾਈਏ, ਕਹਿੰਦੇ ਉੱਥੇ ਉਹ ਜ਼ਰੂਰਤ ਸੀਗੀ, ਇੱਥੇ ਇਹ ਜ਼ਰੂਰਤ ਹੈਗੀ ਆ। ਇਹ ਕਹਿ ਰਹੇ ਕਿ ਮੁੱਦੇ ਨਹੀਂ, ਇਹ ਪੰਜਾਬ ਨੂੰ ਗੁੰਮਰਾਹ ਕਰ ਰਹੇ ਨੇ ਇਕੱਲੀ ਐਕਸਾਈਜ਼ ਦੀ ਗੱਲ ਕਰਕੇ। ਇਹ ਸ਼ਰਾਬ ਦੀ ਪ੍ਰੋਡਕਸ਼ਨ ਤੇ ਵੈਟ ਦੀ ਗੱਲ ਕਿਉਂ ਨਹੀਂ ਕਰ ਰਹੇ? ਉਹ ਕਿਉਂ ਨਹੀਂ ਲਾ ਰਹੇ? ਕਿਉਂਕਿ ਉਹ ਜਿਹੜੇ ਪੂੰਜੀਪਤੀ ਨੇ ਉਹਨਾਂ ਤੋਂ ਇਲੈਕਸ਼ਨ ਦਾ ਫੰਡ ਲੈਣਾ। ਕਿ ਅੱਜ ਅਡਾਨੀ ਜੋ 4-5 ਮਹੀਨੇ ਪਹਿਲਾਂ 에ਅਰਪੋਰਟ ਨਹੀਂ ਚਲਾਉਂਦਾ ਸੀ, ਅੱਜ ਦੇਸ਼ ਦੇ ਹਰ ਇੱਕ 에ਅਰਪੋਰਟ ਤੇ ਕਬਜ਼ਾ ਕਰੀ ਬੈਠਾ ਹੈ। ਅੱਜ ਦੁਨੀਆ ਦਾ ਤੀਸਰਾ ਸਭ ਤੋਂ ਅਮੀਰ ਆਦਮੀ ਬਣ ਗਿਆ ਹੈ। ਉਹ ਪਰ ਡੇ 1000 ਕਰੋੜ ਰੁਪਏ ਕਮਾ ਰਿਹਾ ਹੈ ਤੇ ਗਰੀਬ ਆਦਮੀ, ਦਿਹਾੜੀਦਾਰ ਮਜ਼ਦੂਰ ਸਭ ਤੋਂ ਜ਼ਿਆਦਾ ਆਤਮ ਹੱਤਿਆ ਕਰ ਰਿਹਾ ਹੈ। ਉਹੀ ਤੁਸੀਂ ਪੰਜਾਬ 'ਚ ਹਾਲਾਤ ਕਰਨ ਲੱਗੇ ਹੋ। ਕਿਸਾਨ ਹਜੇ ਵੀ ਤਿਆਰ ਨੇ, ਕਹਿੰਦੇ ਨਵੰਬਰ 'ਚ ਦੁਬਾਰਾ ਚੰਡੀਗੜ੍ਹ ਤੇ ਜਿਹੜਾ ਧਰਨਾ ਲਗਾਇਆ ਜਾਏਗਾ ਕਿ ਡੈਮ ਸੇਫਟੀ ਐਕਟ ਤੇ ਪੰਜਾਬ ਸਰਕਾਰ ਕੁਝ ਨਹੀਂ ਬੋਲੀ ਤੇ SYL ਜਿਹੜਾ ਸੁਪਰੀਮ ਕੋਰਟ ਨੇ ਪਾਸ ਕੀਤਾ। ਤੁਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹੋ, ਅੱਜ ਆਪਾਂ 3 ਗੁਣਾ SYL ਤੋਂ ਪਾਣੀ ਜੀਰੇ ਲਾ ਕੇ ਬਾਹਰ ਕੱਢਦੇ, ਪਰ ਕਿਸਾਨ ਦੀ ਮਜਬੂਰੀ ਹੈ, ਉਹਨੂੰ MSP ਉਸ ਤੇ ਮਿਲਦੀ ਹੈ। ਤੁਸੀਂ 4 ਚੀਜ਼ਾਂ ਤੇ MSP ਦਿੰਦੇ ਹੋ। ਆਇਲ ਸੀਡ 70% ਅਸੀਂ ਬਾਹਰੋਂ, ਤੇਲ ਵੀ ਅਸੀਂ ਬਾਹਰੋਂ ਮੰਗਾਉਂਦੇ ਹਾਂ, ਪੰਜਾਬ ਚੁੱਕ ਸਕਦੇ ਨੇ। ਤੁਸੀਂ ਉਸ 'ਤੇ ਕੋਈ ਪਾਲਿਸੀ ਬਣਾਉਂਦੇ ਤਾਂ ਸਾਨੂੰ ਲੱਗਦਾ ਕੁਝ ਕਰ ਰਹੇ ਹੋ। 1000 ਰੁਪਏ ਔਰਤਾਂ ਨੂੰ ਦਿੰਦੇ, 20,000 ਕਰੋੜ ਰੇਤੇ 'ਚੋਂ ਕੱਢਦੇ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਤਾਂ ਗੱਲਾਂ ਬਣਾ ਕੇ ਉਹੀ ਪੇਸ਼ ਕਰੀ ਜਾ ਰਹੇ ਹੋ। ਕਿੰਨੀ ਦੇਰ ਚੱਲਣਗੀਆਂ? ਗਲੋਬਲ ਪੰਜਾਬ TV ਦੇਖ ਰਹੇ ਹੋ, ਮੈਂ ਹਾਂ ਅਨੂਜਾ ਸ਼ਰਮਾ। ਜਸਵੰਤ ਸਿੰਘ ਗੱਜਨ ਮਾਜਰਾ ਦੇ ਘਰ ਜਿਸ ਵਕਤ ਰੇਡ ਹੁੰਦੀ ਹੈ, ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਲੇਕਿਨ ਰੇਡ ਦਾ ਜਿਹੜਾ ਸਿਲਸਿਲਾ ਉਹ ਚੱਲਦਾ ਆ ਰਿਹਾ। ਪਹਿਲਾਂ ਦਿੱਲੀ ਦੇ ਵਿੱਚ, ਫਿਰ ਪੰਜਾਬ ਦੇ ਵਿੱਚ ਇਸੇ ਤਰੀਕੇ ਨਾਲ ਚੀਜ਼ਾਂ ਹੋ ਰਹੀਆਂ ਨੇ। ਲੇਕਿਨ ਜਿਹੜੀਆਂ ਪਾਰਟੀਆਂ ਨੇ ਉਹ ਆਪਣੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਕਰ ਰਹੀਆਂ ਨੇ, ਲੇਕਿਨ ਵਿਰੋਧੀ ਧਿਰਾਂ ਜਿਹੜੀਆਂ ਨੇ ਲਗਾਤਾਰ ਸਵਾਲ ਚੁੱਕ ਰਹੀਆਂ ਨੇ। ਅਮਰਗੜ੍ਹ ਤੋਂ ਸਾਡੇ ਨਾਲ ਮੌਜੂਦ ਨੇ ਇਸ ਵਕਤ ਸਮਿਤ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਮਿਤ ਜੀ, ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ਾਂ ਦਾ ਅੰਕਲਨ ਕਰਦੇ ਹੋ ਕਿ ਜਿਹੜੇ ਜਸਵੰਤ ਸਿੰਘ ਗੱਜਨ ਮਾਜਰਾ ਨੇ ਉਹਨਾਂ ਦੇ ਘਰ ਰੇਡ ਹੁੰਦੀ ਹੈ, ਲੇਕਿਨ ਫਿਰ ਵੀ ਇਹੀ ਕਿਹਾ ਜਾਂਦਾ ਕਿ ਸਾਡੇ ਜਿਹੜੇ ਵਿਧਾਇਕ ਨੇ ਉਹ ਕੱਟੜ ਇਮਾਨਦਾਰ ਨੇ, ਕੱਟੜ ਜਿਹੜੇ ਨੇ ਉਹ ਕਰਪਸ਼ਨ ਤੋਂ ਮੁਕਤ ਨੇ? ਲੱਗਦਾ ਕਿ ਪਹਿਲਾਂ ਮੈਂ ਤੁਹਾਡੇ ਤੋਂ ਉਹਨਾਂ ਦਾ ਐਨਾਲਿਸਿਸ ਜਾਣਨਾ ਚਾਹੂੰਗੀ ਕਿ ਗੱਜਨ ਮਾਜਰਾ ਤੁਸੀਂ ਦੇਖ ਲਿਆ, ਤੁਹਾਡੇ ਹਲਕੇ ਦੇ ਨੇ ਉਹ, ਕਿੱਦਾਂ ਦੇ ਸ਼ਖਸ ਨੇ, ਕੀ ਜਿਹੜੇ ਆਰੋਪ ਉਹਨਾਂ 'ਤੇ ਲੱਗ ਰਹੇ ਨੇ ਉਹ ਸਹੀ ਹੋ ਸਕਦੇ ਨੇ? ਦੇਖੋ ਜੀ, ਇੱਥੇ ਨਾ ਆਮ ਆਦਮੀ ਪਾਰਟੀ ਦੀ BJP ਤੋਂ ਸਿੱਖਿਆ ਇੱਕ ਮॉडल ਚੱਲ ਰਿਹਾ ਕਿ ਸਾਡੀ ਪਾਰਟੀ ਜਿਹੜਾ ਆਵੇ ਵਾਸ਼ਿੰਗ ਮਸ਼ੀਨ ਧੁਲ ਕੇ ਈਮਾਨਦਾਰ ਬਣ ਕੇ ਨਿਕਲ ਜਾਏ। ਸਾਡੀ ਪਾਰਟੀ 'ਚ ਆਉਣ ਤੋਂ ਬਾਅਦ ਕੋਈ ਚੋਰ ਨਹੀਂ। ਮੈਂ ਪਰਸਨਲ ਟਿੱਪਣੀ ਕਿਸ 'ਤੇ ਕੁਝ ਨਹੀਂ ਕਰਨਾ ਚਾਹੂੰਗਾ। 5 ਫਰਵਰੀ 2019 ਨੂੰ ਡੈਟ ਰਿਕਵਰੀ ਟ੍ਰਿਬਿਊਨਲ ਦੀ ਇੱਕ ਜਜਮੈਂਟ ਹੈ ਕਿ 52 ਕਰੋੜ ਦਾ ਇਹਨਾਂ ਦਾ ਕਰਜ਼ਾ ਹੈ 2011 ਤੋਂ 2014 ਵਿੱਚ ਲਿੱਤਾ ਗਿਆ। ਉਹਦੇ ਉੱਤੇ 13.45% ਦਾ ਬੈਂਕ ਕੋਰਟ ਨੇ ਇੰਟਰਸਟ ਲਾਇਆ ਕਿ ਇਹ ਵਾਪਸ ਮੋੜਨ, ਜੇ ਨਹੀਂ ਮੋੜਦੇ ਇਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਨ।
ਬੈਂਕ ਆਫ ਇੰਡੀਆ ਤੋਂ ਲਿਆ ਕਰਜ਼ਾ, ਸਰਕਾਰੀ ਬੈਂਕ ਤੋਂ ਲੋਕਾਂ ਦਾ ਪੈਸਾ, ਉਹਦੇ ਉੱਤੇ ਪਰਚਾ ਦਰਜ ਹੋਇਆ ਤੇ ਕੋਰਟ ਦੇ ਆਰਡਰਾਂ ਹਿਸਾਬ ਨਾਲ ਕਾਰਵਾਈ ਹੋ ਰਹੀ ਹੈ। ਇਹ ਤਾਂ ਸਾਫ਼-ਸਾਫ਼ ਕਰਪਸ਼ਨ ਹੈ ਅਤੇ ਤੁਹਾਡੇ ਪਾਰਟੀ 'ਚ ਆਉਣ ਤੋਂ ਪਹਿਲਾਂ ਉਹਦੀ ਜਜਮੈਂਟ ਆਈ ਹੈ। ਮੈਂ ਤਾਂ ਇਹ ਨਹੀਂ ਕਹਿ ਰਿਹਾ ਕਿ ਤੁਹਾਡੀ ਪਾਰਟੀ 'ਚ ਆਉਣ ਤੋਂ ਬਾਅਦ ਕਰਪਸ਼ਨ ਕੀਤੀ ਹੈ, ਮੈਂ ਤਾਂ ਬੜੇ ਸੱਚ ਗੱਲ ਬੋਲ ਰਿਹਾ ਕਿਉਂਕਿ ਆਪਣੀ ਸਿੱਧੀ ਇਮਾਨਦਾਰੀ ਵਾਲਾ ਕੰਮ ਹੈ। ਤੁਹਾਡੇ ਪਾਰਟੀ 'ਚ ਆਉਣ ਤੋਂ ਪਹਿਲਾਂ ਕਿਸੇ ਨੇ ਕਰਪਸ਼ਨ ਕੀਤੀ ਹੈ, ਤੁਸੀਂ ਉਹਨੇ ਸ਼ਾਇਦ ਤੁਹਾਡੀ ਪਾਰਟੀ ਤਾਂ ਜੁਆਇਨ ਕੀਤੀ ਹੋਏ ਕਿ ਸਾਡਾ 52 ਕਰੋੜ ਮਾਫ ਹੋ ਜਾਊਗਾ, ਨਾਲੇ ਥੋੜੀ ਤਾਕਤ ਮਿਲ ਜੂਗੀ, ਨਾਲੇ ਸਾਡਾ ਥੋੜਾ ਪਾਰਟੀ ਨੂੰ ਫੰਡ ਫੜਾਤਾ ਹੋਊਗਾ। ਅੱਜ ਤੁਸੀਂ ਉਸ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਵੰਡ ਰਹੇ ਹੋ ਅਤੇ ਉਸ ਪੰਜਾਬ ਵਿੱਚ ਜਿੱਥੇ ਪੰਜਾਬ ਦੇ ਆਰਥਿਕ ਹਾਲਤ ਇੰਨੇ ਖਰਾਬ ਨੇ, ਅੱਜ ਆਪਾਂ ਜੇ 52 ਕਰੋੜ ਮਾਫ ਕਰਾਵਾਂਗੇ, ਇਹ ਤਾਂ ਉਹੀ ਸਿਸਟਮ ਹੋ ਗਿਆ ਜਿਵੇਂ ਅਡਾਨੀ ਅੰਬਾਨੀ ਨੂੰ ਕੇਂਦਰ ਸਰਕਾਰ ਪ੍ਰੋਟੈਕਟ ਕਰਦੀ ਹੈ, ਦਰਾਹ ਹੋ ਰਿਹਾ। ਇਹ ਤਾਂ ਕੋਈ ਫਰਕ ਨਹੀਂ ਰਿਹਾ ਨਾ। ਤੁਸੀਂ ਇਹ ਦੇਖੋ ਕਿ ਅੱਜ ਦੇ ਟਾਈਮ ਆਮ ਬੰਦਾ ਪੰਜਾਬ ਦਾ, ਉਹਨੂੰ ਉਹਦੇ ਕੋਲ ਰੋਜ਼ਗਾਰ ਨਹੀਂ ਹੈ, ਕਿਸੇ ਕੋਲੇ ਕੋਈ 2-3 ਲੱਖ ਰੁਪਏ ਦਾ ਲੋਨ ਲੈ ਲੇ, ਬੈਂਕ ਨੂੰ ਘਰੋਂ ਘਸੀੜ ਕੇ ਬਾਹਰ ਕੱਢ ਲੈਂਦਾ, ਤੇ ਕੋਈ 52 ਕਰੋੜ ਦਾ ਲੋਨ ਲੈ ਲੇ, ਉਹ ਆਮ ਆਦਮੀ ਪਾਰਟੀ ਟਿਕਟ ਲੈ ਕੇ ਐਮਐਲਏ ਬਣ ਜੇ ਤੇ ਆਮ ਆਦਮੀ ਪਾਰਟੀ ਨੂੰ ਇਮਾਨਦਾਰ ਸਾਬਤ ਕਰਦੀ, ਸਰਕਾਰ ਉਹਦੇ ਪਿੱਛੇ ਖੜੀ ਹੋ ਜੇ। ਮਤਲਬ ਸਿੱਧੇ ਤੌਰ ਤੇ ਇਹ ਵੀ ਚੀਜ਼ ਕਹੀ ਜਾ ਸਕਦੀ ਹੈ ਕਿ ਜਿੰਨੇ ਵੀ ਵਿਧਾਇਕ ਨੇ ਜਾਂ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਨਾਲ ਮੈਂਬਰ ਜੁੜੇ ਨੇ, ਉਹਨਾਂ ਦਾ ਕੋਈ ਐਨਾਲਿਸਿਸ ਨਹੀਂ ਕੀਤਾ ਗਿਆ, ਕੋਈ ਸਰਵੇ ਨਹੀਂ ਕੀਤਾ ਗਿਆ, ਉਹਨਾਂ ਦਾ ਜਿਹੜਾ ਪ੍ਰੋਫਾਈਲ ਆ ਉਹਨੂੰ ਨਹੀਂ ਚੈੱਕ ਕੀਤਾ ਗਿਆ, ਸਿਰਫ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਜਿੱਦਾਂ ਤੁਸੀਂ ਕਿਹਾ ਕਿ ਉਹ ਫੰਡਾਂ ਦੇ ਆਧਾਰ ਤੇ। ਦੇਖੋ ਇੱਕ ਨਾ ਵੀਡੀਓ ਵਾਇਰਲ, ਆਡੀਓ ਵਾਇਰਲ ਹੋਈ ਸੀਗੀ ਇਲੈਕਸ਼ਨਾਂ ਤੋਂ ਪਹਿਲਾਂ, ਉਹਦੇ ਅੰਦਰ ਕੋਈ ਲੋਕ ਸ਼ਾਇਦ ਭਗਵੰਤ ਮਾਨ ਜੀ ਦੀ ਆਵਾਜ਼ ਹੈ, ਮੈਂ ਉਹਦੀ ਸਪਸ਼ਟੀ ਨਹੀਂ ਕਰ ਸਕਦਾ ਸਹੀ ਕਿ ਨਹੀਂ, ਉਹ ਇਸ ਟਿਕਟ ਬਾਰੇ ਗੱਲ ਕਰਦੇ ਨੇ, ਅਮਰਗੜ੍ਹ ਬਾਰੇ 3-4 ਹੋਰ ਟਿਕਟਾਂ ਬਾਰੇ ਗੱਲ ਕਰਦੇ ਨੇ ਵੀ ਤੁਸੀਂ ਪੈਸੇ ਲੈ ਕੇ ਦਿੱਤੀ ਹੈ, ਤੇ ਅੱਗੋਂ ਉਹਨਾਂ ਕੋਲ ਜਵਾਬ ਨਹੀਂ ਹੁੰਦਾ ਕੋਈ। ਇਹੋ ਜਿਹੇ ਬੜੇ ਐਲੀਗੇਸ਼ਨ ਇਲੈਕਸ਼ਨਾਂ ਤੋਂ ਪਹਿਲਾਂ ਇਹਨਾਂ 'ਤੇ ਲੱਗੇ, ਤੇ ਮੈਂ ਇਹਨਾਂ ਐਲੀਗੇਸ਼ਨਾਂ ਤੋਂ ਵੀ ਅੱਗੇ ਜਾਣਾ ਚਾਹੂੰਗਾ। ਆਪਾਂ ਬੜਾ ਕਲੀਅਰਲੀ ਦੇਖ ਪਾ ਰਹੇ ਹਾਂ ਕਿ ਦਿੱਲੀ ਦੀ ਇੱਕ ਐਕਸਾਈਜ਼ ਪਾਲਿਸੀ ਬਣੀ ਜਿਹਨੇ ਪ੍ਰਾਈਵੇਟ ਕੁਝ ਪੂੰਜੀਪਤੀਆਂ ਨੂੰ ਫਾਇਦਾ ਦੇ ਕੇ ਸਾਰੇ ਸਰਕਾਰੀ ਸ਼ਰਾਬ ਦੇ ਠੇਕੇ ਬੰਦ ਕੀਤੇ ਤੇ ਬਾਕੀ ਸਾਰੇ ਕਾਰੋਬਾਰ ਖਤਮ ਕੀਤੇ। ਉਹਦੇ ਨਾਲ ਇਹਨਾਂ ਨੇ ਪੰਜਾਬ ਦੀ ਇਲੈਕਸ਼ਨ ਲੜੀ। ਫਿਰ ਪੰਜਾਬ 'ਚ ਐਕਸਾਈਜ਼ ਪਾਲਿਸੀ ਆਉਂਦੀ ਹੈ, 770 ਵੈਂਡਰ ਬੰਦ ਕਰਕੇ, 770 ਕੰਪਨੀਆਂ ਬੰਦ ਕਰਕੇ 170 ਲਿਆਂਦੀਆਂ ਗਈਆਂ, 30 ਕਰੋੜ ਦੀ ਲਿਮਿਟ ਲਾਤੀ। ਹੁਣ 30 ਕਰੋੜ ਵਾਲਾ ਆਮ ਆਦਮੀ ਤਾਂ ਹੋ ਨਹੀਂ ਸਕਦਾ ਜਿਹੜਾ 30 ਕਰੋੜ ਸਿੱਧਾ ਜਮ੍ਹਾਂ ਕਰਾ ਸਕੇ। ਉੱਪਰੋਂ ਤੁਸੀਂ ਕਹਿੰਦੇ ਹੋ ਕਿ ਜਿਹਦੇ ਕੋਲ ਰਿਟੇਲ ਦਾ ਲਾਇਸੈਂਸ ਸੀ ਉਹ ਹੋਲਸੇਲ ਦਾ ਲਾਇਸੈਂਸ ਨਹੀਂ ਲੈ ਸਕਦਾ। ਇਹਦਾ ਮਤਲਬ ਕੁਝ ਗਿਣੇ ਚੁਣੇ ਦਿੱਲੀ ਦੇ ਪੂੰਜੀਪਤੀ ਜਿਨ੍ਹਾਂ ਨੇ ਥੋੜੀ ਪਹਿਲਾਂ ਮਦਦ ਕੀਤੀ, ਹੁਣ ਦਿੱਲੀ 'ਚ ਉਹ ਪਾਲਿਸੀ ਬੰਦ ਹੋ ਗਈ, ਉਹਨੂੰ ਤੁਸੀਂ ਪੰਜਾਬ ਵਿੱਚ ਸਾਰਾ ਕਾਰੋਬਾਰ ਫੜਾ ਦਿਓ ਕਿ ਤੁਸੀਂ ਗੁਜਰਾਤ ਤੇ ਹਿਮਾਚਲ ਦੀ ਇਲੈਕਸ਼ਨ ਲੜ ਸਕੋ, ਉਸ ਤੋਂ ਬਾਅਦ ਦੇਸ਼ ਦੀ ਇਲੈਕਸ਼ਨ ਲੜ ਸਕੋ। ਇਹ ਕੀ ਮਾਡਲ ਹੈ? ਇਹ ਮਸ਼ਹੂਰੀ ਦੇ ਨਾਮ ਤੇ ਇੱਕ ਇਮਾਨਦਾਰ ਬਣਨ ਦਾ ਮਾਡਲ ਹੈ ਜਿਹਦੇ ਪਿੱਛੇ ਪੂਰੀ ਖੁੱਲੀ ਕਰਪਸ਼ਨ ਚੱਲ ਰਹੀ ਹੈ। ਜਿਹੜਾ ਗੱਜਨ ਮਾਜਰਾ ਜੀ ਦਾ ਆਪਾਂ ਸਿਸਟਮ ਦੇਖਦੇ ਹਾਂ ਤਾਂ ਇਹ ਬੜਾ ਛੋਟਾ ਐਗਜ਼ਾਮਪਲ ਹੈ ਕਿ ਤੁਸੀਂ 52 ਕਰੋੜ ਦੀ ਕਰਪਸ਼ਨ ਕਰਕੇ ਆਓ, ਕੋਰਟ ਦਾ ਤੁਹਾਡੇ ਖਿਲਾਫ ਆਰਡਰ ਹੋਵੇ, ਬੈਂਕ ਤੁਹਾਡੇ ਤੇ ਪਰਚਾ ਦਰਜ ਕਰਾਵੇ, ਤੁਸੀਂ ਆਮ ਆਦਮੀ ਪਾਰਟੀ ਦੇ ਆਏ ਹੋ ਤੇ ਪੂਰੀ ਸਰਕਾਰ ਲੱਗੀ ਰਹੇ ਕਹਿੰਦੇ ਤੁਸੀਂ ਇਮਾਨਦਾਰ ਹੋ। ਉਹਦੇ ਵੱਡੇ ਮਾਡਲ ਵੀ ਨੇ। ਤੁਸੀਂ ਰੇਤੇ ਵਿੱਚੋਂ ਕਹਿੰਦੇ ਸੀ 20-30 ਹਜ਼ਾਰ ਕਰੋੜ ਰੁਪਏ ਕੱਢਾਂਗੇ, ਕਿੱਥੇ ਹੈ? ਤੁਸੀਂ ਕਹਿੰਦੇ ਕਰਪਸ਼ਨ ਤੋਂ 20-30 ਹਜ਼ਾਰ ਕਰੋੜ ਰੁਪਏ ਕੱਢਾਂਗੇ, ਕਿੱਥੇ ਹੈ? ਤੁਸੀਂ ਕਹਿੰਦੇ ਸੀ ਖਜ਼ਾਨਾ ਪੀਪਾ ਹੈ, ਇਹਨੂੰ ਭਰਨਾ। ਤੁਹਾਡੇ 5 ਮੰਤਰੀਆਂ ਨੇ ਕੁਝ ਦਿਨ ਪਹਿਲਾਂ 5 ਮਹੀਨੇ ਪੂਰੇ ਹੋਣ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਨੇ 10,700 ਕਰੋੜ ਦਾ ਅਸੀਂ ਨਵਾਂ ਕਰਜ਼ਾ ਲਿਆ 5 ਮਹੀਨਿਆਂ 'ਚ। ਮਤਲਬ ਤੁਸੀਂ 6 ਮਹੀਨੇ ਲਾ ਲਓ 12,000 ਕਰੋੜ ਦਾ ਕਰਜ਼ਾ, ਸਾਲ 24,000 ਕਰੋੜ ਦਾ ਕਰਜ਼ਾ। ਮਤਲਬ 5 ਸਾਲਾਂ 'ਚ ਬਿਨਾਂ ਕੋਈ ਵਾਅਦਾ ਪੂਰਾ ਕੀਤੇ, ਬਿਨਾਂ ਔਰਤਾਂ ਨੂੰ 1,000 ਰੁਪਏ ਦਿੱਤੇ, ਬਿਨਾਂ ਕੋਈ ਕੁਝ ਕੰਮ ਕੀਤੇ ਤੁਸੀਂ 1.25 ਲੱਖ ਕਰੋੜ ਦਾ ਕਰਜ਼ਾ ਚਾੜਨ ਲੱਗੇ ਹੋ। ਪਿਛਲੇ 30-35 ਸਾਲਾਂ 'ਚ ਪੰਜਾਬ ਸਿਰ ਚੜ੍ਹਿਆ 2,60,000 ਕਰੋੜ ਦਾ ਕਰਜ਼ਾ, ਤੁਸੀਂ 5 ਸਾਲਾਂ 'ਚ ਚਾੜਨ ਲੱਗੇ ਹੋ 1.25 ਲੱਖ ਕਰੋੜ ਦਾ ਕਰਜ਼ਾ। ਇਹ ਕੀ ਮਾਡਲ ਹੈ? ਇਹ ਮਸ਼ਹੂਰੀ ਦੇ ਨਾਮ ਤੇ ਇੱਕ ਇਮਾਨਦਾਰ ਬਣਨ ਦਾ ਮਾਡਲ ਹੈ। ਅਸਲੀਅਤ ਪੰਜਾਬ ਦੇ ਲੋਕ ਸਾਫ਼-ਸਾਫ਼ ਦੇਖ ਰਹੇ ਨੇ। ਇਹਨਾਂ ਦਾ 6 ਮਹੀਨੇ 'ਚ ਪਰਦਾਫਾਸ਼ ਹੋ ਗਿਆ। ਪਹਿਲੇ ਗੱਜਨ ਮਾਜਰਾ ਦੀ ਗੱਲ ਕਰਦੇ, ਤੁਸੀਂ ਕਿਹਾ ਕੋਰਟ ਦਾ ਨੋਟਿਸ ਵੀ ਆ ਗਿਆ ਉਹਦੇ ਖਿਲਾਫ, ਲੇਕਿਨ ਫਿਰ ਵੀ ਜਿਹੜਾ ਹੈ ਉਹਦੇ ਉੱਤੇ ਕੋਈ ਪਾਰਟੀ ਨੇ ਐਕਸ਼ਨ ਨਹੀਂ ਲਿਆ ਹੈਗਾ। ਕੀ ਕਾਰਨ ਮੰਨਦੇ ਹੋ ਕਿ ਕਿਉਂ ਪਾਰਟੀ ਉਹਦੇ ਵੱਲ ਐਕਸ਼ਨ ਨਹੀਂ ਲੈ ਰਹੀ? ਕੀ ਉਹਨਾਂ ਦਾ ਨਿੱਜੀ ਫਾਇਦਾ ਕੀ ਹੋ ਰਿਹਾ ਉਹ ਤੋਂ? ਪਾਰਟੀ ਐਕਸ਼ਨ ਨਹੀਂ ਲੈ ਰਹੀ। ਕੋਰਟ ਦੀ ਜਜਮੈਂਟ ਆਉਣ ਤੋਂ ਬਾਅਦ ਪਾਰਟੀ ਉਹਨਾਂ ਨੂੰ ਸਰੋਪਾ ਪਾ ਕੇ ਟਿਕਟ ਦੇ ਰਹੀ ਹੈ ਤੇ ਐਮਐਲਏ ਬਣਾ ਰਹੀ ਹੈ। ਉਸ ਤੋਂ ਬਾਅਦ ਇਮਾਨਦਾਰੀ ਦਾ ਸਰਟੀਫਿਕੇਟ ਦੇ ਰਹੀ ਹੈ ਕਿ ਇਹ ਸਭ ਤੋਂ ਇਮਾਨਦਾਰ ਨੇ, ਸਾਡੇ ਕੱਟੜ ਇਮਾਨਦਾਰ ਨੇ। ਉਸ ਤੋਂ ਬਾਅਦ ਪਾਰਟੀ ਜਦੋਂ ਉਹਨਾਂ ਤੇ ਰੇਡ ਪੈਂਦੀ ਹੈ, ਜਦੋਂ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਪਰਚਾ ਦਰਜ ਹੋਣ ਤੋਂ ਬਾਅਦ ਲੱਭਣ ਆਉਂਦੀਆਂ ਜੱਸੀਆਂ ਵੀ ਪੈਸਾ ਕਿੱਥੇ ਹੈ, ਖੁਰਦ ਕਿਵੇਂ ਹੋਇਆ, ਤੁਸੀਂ ਉਹਨਾਂ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇ ਰਹੇ ਹੋ। ਇਹਦਾ ਮਤਲਬ ਕਿਤੇ ਪੈਸਾ ਆਮ ਆਦਮੀ ਪਾਰਟੀ ਕੋਲ ਤਾਂ ਨਹੀਂ ਆਇਆ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਇਹ ਛੋਟਾ ਪੈਸਾ ਕਮਾਉਣ ਦੀ ਸਕੀਮ ਹੈ ਕਿ ਐਮਐਲਏ ਕੈਂਡੀਡੇਟ ਨੂੰ ਕਿਵੇਂ ਇਕੱਠਾ ਕਰਨਾ ਹੈ। ਇੱਕ ਵੱਡੀ ਸਕੀਮ ਹੈ ਕਿ ਸਰਕਾਰ ਲੈਵਲ ਤੇ ਪਾਲਿਸੀਆਂ ਬਣਾ ਕੇ ਕਿਵੇਂ ਕਰਨਾ ਹੈ। ਜਿਹੜੀ ਪਾਰਟੀ ਤੇ ਤੁਸੀਂ ਇਸ ਵਕਤ ਇਲਜ਼ਾਮ ਲਗਾ ਰਹੇ ਹੋ ਉਹੀ ਪਾਰਟੀ ਹੈ ਜਿਹੜੀ ਕਹਿੰਦੀ ਕਿ ਅਸੀਂ ਆਪਣੇ ਹੀ ਇੱਕ ਮੰਤਰੀ ਨੂੰ, ਕੈਬਨਿਟ ਮੰਤਰੀ ਨੂੰ ਜਿਹੜਾ ਆ ਉਹਦੇ ਖਿਲਾਫ ਵਿਜੀਲੈਂਸ ਦੀ ਜਾਂਚ ਸ਼ੁਰੂ ਕਰਾਤੀ। ਅਸੀਂ ਖੁਦ ਇਨਵੈਸਟੀਗੇਟ ਕੀਤਾ, ਮੁੱਖ ਮੰਤਰੀ ਸਾਹਿਬ ਨੇ ਕੀਤਾ। ਤਾਂ ਕਹਿੰਦੇ ਜੇਕਰ ਅਸੀਂ ਆਪਣੇ ਮੰਤਰੀਆਂ ਦੇ ਖਿਲਾਫ ਕਰ ਸਕਦੇ ਹਾਂ ਤੇ ਦੂਸਰਿਆਂ ਦੇ ਖਿਲਾਫ ਕਿਉਂ ਨਹੀਂ? ਜੇਕਰ ਉਹ ਮੰਤਰੀ ਦੇ ਖਿਲਾਫ ਕਰ ਸਕਦੇ ਸੀਗੇ ਤੇ ਉਹਨਾਂ ਨੇ ਐਮਐਲਏ ਦੇ ਖਿਲਾਫ ਨਹੀਂ ਕੀਤੀ। ਇਹ ਦੋਵਾਂ ਚੀਜ਼ਾਂ ਦਾ ਜਿਹੜਾ ਕੰਪੈਰੀਜ਼ਨ ਹੈ ਉਹ ਕੀ ਚੀਜ਼ ਹੈਗੀ ਉਹਦੇ ਵਿੱਚ? ਦੇਖੋ ਬਹੁਤ ਲੋਕ ਤਾਂ ਇਹ ਕਹਿੰਦੇ ਨੇ ਕਿ ਕਿਤੇ ਸੰਗਰੂਰ ਦੀ ਬਾਈ ਇਲੈਕਸ਼ਨ ਲੜਨ ਵਾਸਤੇ ਤੇ ਸ਼ਾਇਦ ਹੋ ਸਕੇ ਕਿ ਕਮਿਸ਼ਨ ਦਾ ਲੜਾਈ ਵੀ ਹੋ ਗਈ ਹੋਵੇ ਵੀ ਕੌਣ ਕਿੰਨਾ ਲੈਂਦਾ। ਪਰ ਮੈਂ ਬਿਨਾਂ ਤੱਥਾਂ ਤੋਂ ਉਸ ਗੱਲ ਦੇ ਡੀਪ ਵਿੱਚ ਨਹੀਂ ਜਾਣਾ ਚਾਹੂੰਗਾ। ਜੋ ਆਪਣੇ ਸਾਹਮਣੇ ਇੱਕ ਕੋਰਟ ਦੀ ਜਜਮੈਂਟ ਪਈ ਹੈ ਤੇ ਪਾਰਟੀ ਉਸ ਨੂੰ ਬਚਾ ਰਹੀ ਹੈ, ਆਪਾਂ ਉਸ ਨੂੰ ਦੇਖੀਏ। ਜੋ ਆਪਣੇ ਸਾਹਮਣੇ ਐਕਸਾਈਜ਼ ਦੀ ਪਾਲਿਸੀ ਪਈ ਹੈ ਉਸ ਵਿੱਚ ਜੋ ਹੈ ਆਪਾਂ ਉਸ ਨੂੰ ਦੇਖੀਏ। ਜੋ ਰੇਤੇ ਵਿੱਚੋਂ 20,000 ਕਰੋੜ ਨਹੀਂ ਆ ਰਿਹਾ ਉਸ ਨੂੰ ਦੇਖੀਏ। ਜੋ ਔਰਤਾਂ ਨੂੰ 1,000 ਰੁਪਏ ਨਹੀਂ ਮਿਲ ਰਹੇ ਉਸ ਨੂੰ ਦੇਖੀਏ। ਤੁਸੀਂ ਤਾਂ ਇਹ ਕਹਿੰਦੇ ਸੀ ਜਿਸ ਦਿਨ 10 ਮਾਰਚ ਨੂੰ ਭਗਵੰਤ ਮਾਨ ਜੀ ਦੇਸ਼ ਭਗਤ ਕਾਲਜ ਧੂਰੀ ਦੇ ਬਾਹਰ ਗੱਡੀ ਉੱਤੇ ਖੜ੍ਹੇ ਸੀ ਤੇ ਕਿਸੇ ਸਾਡੇ
ਪੱਤਰਕਾਰ ਸਾਥੀ ਨੇ ਪੁੱਛ ਲਿਆ ਕਿ ਤੂੰ ਬੜਾ ਯੂਥ ਤੁਹਾਡੇ ਪਿੱਛੇ ਲੱਗਿਆ ਹੈ, ਤੇ ਤੁਸੀਂ ਕਹਿੰਦੇ ਸੀ ਮੈਂ ਬੜਾ ਦੁਖੀ ਹਾਂ ਆਪਣੇ ਮਨ 'ਚੋਂ ਕਿ ਅੱਜ ਕੰਮ ਕਰਨ ਦਾ ਦਿਨ ਹੈ ਤੇ ਬੇਰੁਜ਼ਗਾਰ ਨੇ ਤੇ ਮੇਰੇ ਅੱਗੇ ਪਿੱਛੇ ਘੁੰਮ ਰਹੇ ਨੇ। ਅੱਜ 6 ਮਹੀਨੇ ਬਾਅਦ ਤੁਸੀਂ ਕਹਿਣ ਲੱਗੇ ਕਿ ਆਪਦਾ ਰੋਜ਼ਗਾਰ ਆਪ ਲੱਭ ਲਓ। ਹੁਣ ਸਟੇਟਮੈਂਟ ਆਈ ਉਹਨਾਂ ਦੀ, ਤੇ 6 ਮਹੀਨੇ ਬਾਅਦ ਸ਼ਾਇਦ ਫਿਰ ਕਹਿਣ ਲੱਗ ਜਾਣ ਕਿ ਆਪ ਪਕੌੜੇ ਬਣਾਉਣ ਲੱਗ ਜਾਓ। ਤੁਸੀਂ ਆਪਣੇ ਹਰ ਵਾਅਦੇ ਤੋਂ ਮੁੱਕਰ ਰਹੇ ਹੋ, ਤੁਸੀਂ ਸ਼ਰੇਆਮ ਕਰਪਸ਼ਨ ਕਰ ਰਹੇ ਹੋ, ਤੁਸੀਂ ਕਰਪਟ ਬੰਦੇ ਨੂੰ ਜਿਹਦੇ ਕੋਰਟ ਦਾ ਆਰਡਰ ਹੈ ਉਸ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇ ਰਹੇ ਹੋ। ਇਸ ਤੋਂ ਜ਼ਿਆਦਾ ਕੀ ਪ੍ਰੂਫ ਹੋ ਸਕਦਾ? ਹਾਂ, ਐਡਵਰਟਾਈਜ਼ਮੈਂਟ ਚਲਾ ਕੇ ਸਰਕਾਰ ਹੈ, ਸਾਰਾ ਗੇਮ ਬਣਾ ਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਰਹੋ, ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਜਿੰਨੇ ਕੁ ਜਾਗਰੂਕ ਨੇ ਤੇ ਪੰਜਾਬ ਦੇ ਲੋਕ ਜਿੰਨੇ ਕੁ ਅਵੇਅਰ ਨੇ ਤੇ ਪੰਜਾਬ ਲੋਕ ਬੜੇ ਤਰਕਸ਼ੀਲ ਨੇ ਤੇ ਪਿੰਡਾਂ ਦੇ ਲੋਕਾਂ ਨੂੰ ਸਭ ਕੁਝ ਪਤਾ ਹੈ ਕਿ ਕੀ ਰਿਐਲਿਟੀ ਹੈ ਤੇ ਕੌਣ ਕੀ ਕਰ ਰਿਹਾ। ਸਮਝ ਜੀ, ਤੁਸੀਂ ਐਕਸਾਈਜ਼ ਪਾਲਿਸੀ ਦੀ ਵੀ ਗੱਲ ਕੀਤੀ। ਐਕਸਾਈਜ਼ ਪਾਲਿਸੀ ਦੇ ਉੱਤੇ ਸਵਾਲ ਪ੍ਰਧਾਨ ਜੀ ਨੇ ਵੀ ਉਠਾਏ ਸੀ, ਕਾਂਗਰਸ ਦੇ ਰਾਜਾ ਵੜਿੰਗ ਸਾਹਿਬ ਨੇ, ਨਾਲ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਬਾਜਵਾ ਸਾਹਿਬ ਨੇ ਵੀ ਚੱਕੇ ਸੀਗੇ। ਲੇਕਿਨ ਉਹਦੇ ਜਵਾਬ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਨੇ ਕੁਲਦੀਪ ਧਾਲੀਵਾਲ ਸਾਹਿਬ, ਉਹਨਾਂ ਨੇ ਕਿਹਾ ਸੀ, ਕਹਿੰਦੇ ਕਿ ਕਾਂਗਰਸ ਦੇ ਕੋਲ ਕੋਈ ਮੁੱਦੇ ਨਹੀਂ ਆ, ਤਾਂ ਕਰਕੇ ਸਿਰਫ ਸਵਾਲ ਚੱਕ ਰਹੀ ਹੈ। ਤੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਸੀ ਕਿ ਜੇਕਰ ਅਸੀਂ ਦਿੱਲੀ 'ਚ ਉਹ ਪਾਲਿਸੀ ਵਾਪਸ ਲਈ ਸੀ ਜਾਂ ਇੱਥੇ ਲਗਾਈਏ, ਕਹਿੰਦੇ ਉੱਥੇ ਉਹ ਜ਼ਰੂਰਤ ਸੀਗੀ, ਇੱਥੇ ਇਹ ਜ਼ਰੂਰਤ ਹੈਗੀ ਆ। ਉਹਨਾਂ ਦੇ ਇਸ ਜਿਹੜਾ ਸਟੇਟਮੈਂਟ ਹੈ ਉਹਦੇ ਬਾਰੇ ਕੀ ਕਹਿੰਦੇ ਹੋ ਕਿ ਲੱਗਦਾ ਕਿ ਜਿਹੜੀ ਐਕਸਾਈਜ਼ ਪਾਲਿਸੀ ਉੱਥੋਂ ਵਾਪਸ ਲੈਣੀ ਪਈ ਇੱਥੇ ਜ਼ਰੂਰੀ ਸੀਗੀ ਉਹ? ਅੱਜ ਨਾ ਮੈਂ ਤੁਹਾਨੂੰ ਐਕਸਾਈਜ਼ ਪਾਲਿਸੀ ਦਾ ਪੂਰਾ ਗੇਮ ਹੀ ਸਮਝਾ ਦਿੰਦਾ। ਤਾਮਿਲਨਾਡੂ ਅੰਦਰ 20 ਤੋਂ 25 ਹਜ਼ਾਰ ਕਰੋੜ ਰੁਪਇਆ ਐਕਸਾਈਜ਼ ਸ਼ਰਾਬ ਤੋਂ ਕਮਾਇਆ ਜਾਂਦਾ, ਤੇ ਮੈਂ ਚਾਹੁੰਦਾ ਪੰਜਾਬ ਦੇ ਸਾਰੇ ਲੋਕ ਵੀ ਇਸ ਪੂਰੀ ਚੀਜ਼ ਨੂੰ ਸਮਝ ਲੈਣ। ਕੇਰਲਾ ਅੰਦਰ 20 ਹਜ਼ਾਰ ਰੁਪਇਆ ਕਮਾਇਆ ਜਾਂਦਾ ਹੈ, ਤੇਲੰਗਾਨਾ ਅੰਦਰ 20 ਹਜ਼ਾਰ ਕਰੋੜ ਰੁਪਇਆ ਕਮਾਇਆ ਜਾਂਦਾ। ਪੰਜਾਬ ਦੇ ਅੰਦਰ ਇਹ ਕਿਉਂ ਗੇਮ 5 7 8 9 ਹਜ਼ਾਰ ਕਰੋੜ ਤੇ ਰਹਿ ਜਾਂਦੀ ਹੈ? ਕਿਉਂਕਿ ਅਸਲੀ ਗੇਮ ਸ਼ਰਾਬ ਦੀ, ਜਿਹੜਾ ਸ਼ਰਾਬ ਦੀ ਡਿਸਟਿਲਰੀ ਸ਼ਰਾਬ ਨੂੰ ਬਣਾਉਂਦੀ ਹੈ, ਉਸ ਡਿਸਟਿਲਰੀ ਤੇ ਪੰਜਾਬ ਕੋਈ ਵੈਟ ਨਹੀਂ ਲਾਉਂਦਾ। ਤਾਮਿਲਨਾਡੂ, ਤੇਲੰਗਾਨਾ ਤੇ ਕੇਰਲਾ ਉਸ ਸ਼ਰਾਬ ਦੀ ਪ੍ਰੋਡਕਸ਼ਨ ਤੇ ਵੈਟ ਲਾਉਂਦਾ। ਇਹ ਕਹਿ ਰਹੇ ਕਿ ਮੁੱਦੇ ਨਹੀਂ, ਇਹ ਪੰਜਾਬ ਨੂੰ ਗੁੰਮਰਾਹ ਕਰ ਰਹੇ ਨੇ ਇਕੱਲੀ ਐਕਸਾਈਜ਼ ਦੀ ਗੱਲ ਕਰਕੇ। ਇਹ ਸ਼ਰਾਬ ਦੀ ਪ੍ਰੋਡਕਸ਼ਨ ਤੇ ਵੈਟ ਦੀ ਗੱਲ ਕਿਉਂ ਨਹੀਂ ਕਰ ਰਹੇ? ਉਹ ਕਿਉਂ ਨਹੀਂ ਲਾ ਰਹੇ? ਕਿਉਂਕਿ ਉਹ ਜਿਹੜੇ ਪੂੰਜੀਪਤੀ ਨੇ ਉਹਨਾਂ ਤੋਂ ਇਲੈਕਸ਼ਨ ਦਾ ਫੰਡ ਲੈਣਾ। ਫਿਰ ਆਪਾਂ ਐਕਸਾਈਜ਼ ਤੇ ਆਉਂਦੇ ਹਾਂ। ਹੁਣ ਐਕਸਾਈਜ਼ ਵਿੱਚ ਕੀ ਹੈ ਕਿ ਤੁਸੀਂ 770 ਕੰਪਨੀਆਂ ਦੀ ਜਗ੍ਹਾ ਜਦੋਂ ਘਟਾ ਕੇ 150 ਕਰਤੀਆਂ, ਉਹ 150 ਪੂਰੇ ਪੰਜਾਬ ਦੀ ਜਦੋਂ ਸ਼ਰਾਬ ਤੇ ਕਬਜ਼ਾ ਕਰਨਗੇ, 12,500 ਠੇਕਿਆਂ ਤੇ ਕਬਜ਼ਾ ਕਰਨਗੇ, ਤੇ ਉਹ ਘੱਟ ਮਾਰਜਨ ਨਾਲ ਵੀ ਪੈਸਾ ਕਮਾਉਣਗੇ। ਉਹਨਾਂ ਤੁਸੀਂ 600-700 ਕੰਪਨੀਆਂ ਖਤਮ ਕਰਤੀਆਂ, ਕਿੰਨੇ ਲੋਕਾਂ ਦਾ ਰੋਜ਼ਗਾਰ ਖਤਮ ਕਰਤਾ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਉਹੀ ਕੰਪਨੀਆਂ ਲਿਆਂਦੀਆਂ, ਉਹੀ ਕੰਪਨੀਆਂ ਜਿੱਦੀਆਂ ਨੇ ਜਿਹੜੀਆਂ ਦਿੱਲੀ ਵਿੱਚ ਜਿੱਦੀਆਂ ਨੇ। ਇਹਦਾ ਮਤਲਬ ਸਾਫ਼-ਸਾਫ਼ ਤੌਰ ਤੇ ਤੁਸੀਂ ਕੁਝ ਪੂੰਜੀਪਤੀਆਂ ਨੂੰ ਫੇਵਰ ਕਰਨ ਵਾਸਤੇ, ਜਿਵੇਂ ਆਪਾਂ ਬੀਜੇਪੀ ਦੇ ਦੋਸ਼ ਲਾਉਂਦੇ ਹਾਂ ਕਿ ਅੱਜ ਅਡਾਨੀ ਜੋ 4-5 ਮਹੀਨੇ ਪਹਿਲਾਂ 에ਅਰਪੋਰਟ ਨਹੀਂ ਚਲਾਉਂਦਾ ਸੀ, ਅੱਜ ਦੇਸ਼ ਦੇ ਹਰ ਇੱਕ 에ਅਰਪੋਰਟ ਤੇ ਕਬਜ਼ਾ ਕਰੀ ਬੈਠਾ ਹੈ। ਅੱਜ ਦੁਨੀਆ ਤੀਸਰਾ ਸਭ ਤੋਂ ਅਮੀਰ ਆਦਮੀ ਬਣ ਗਿਆ ਹੈ। ਉਹ ਪਰ ਡੇ 1000 ਕਰੋੜ ਰੁਪਏ ਕਮਾ ਰਿਹਾ ਹੈ, ਤੇ ਗਰੀਬ ਆਦਮੀ, ਦਿਹਾੜੀਦਾਰ ਮਜ਼ਦੂਰ ਸਭ ਤੋਂ ਜ਼ਿਆਦਾ ਆਤਮ ਹੱਤਿਆ ਕਰ ਰਿਹਾ ਹੈ। ਉਹੀ ਤੁਸੀਂ ਪੰਜਾਬ 'ਚ ਹਾਲਾਤ ਕਰਨ ਲੱਗੇ ਹੋ। ਪੰਜਾਬ ਦੇ ਬੰਦਿਆਂ ਨੂੰ, ਮੁੰਡਿਆਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਕੌੜੇ ਤਰ ਲਓ, ਤੇ ਤੁਸੀਂ ਕੁਝ ਕੰਪਨੀਆਂ ਨੂੰ ਸਾਰਾ ਪੰਜਾਬ ਦੀ ਮਲਾਈ ਖਵਾਉਣ ਨੂੰ ਦੇ ਰਹੇ ਹੋ। ਉਹ ਤਾਂ ਕਹਿੰਦੇ ਨੇ ਕਿ ਅਸੀਂ ਨੌਕਰੀਆਂ ਦੇਤੀਆਂ 6 ਮਹੀਨੇ ਦੇ ਵਿੱਚ ਆ ਕੇ 4 ਵਾਰ, ਕਹਿੰਦੇ ਅਸੀਂ ਜਿਹੜੇ ਪੱਤਰ ਨੇ ਉਹ ਵੰਡ ਦਿੱਤੇ, ਤੇ ਲੇਕਿਨ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਕੁਝ ਦਿੱਤਾ ਨਹੀਂ। ਉਹਨਾਂ ਦੀ ਸਟੇਟਮੈਂਟ ਨੂੰ ਤੁਸੀਂ ਇੱਦਾਂ ਦੇਖਦੇ ਹੋ? ਨਹੀਂ, ਇਹ ਉਹਨਾਂ ਦੀ ਆਪਦੀ ਸਟੇਟਮੈਂਟ ਹੈ ਕਿ ਅਸੀਂ ਆਪ ਆਪਣਾ ਰੋਜ਼ਗਾਰ ਕਰੋ। ਟੰਕੀਆਂ ਤੇ ਲੋਕ ਹਜੇ ਵੀ ਚੜੇ ਬੈਠੇ ਨੇ, ਟੀਚਰਾਂ ਦੇ ਧਰਨੇ ਉਸੇ ਤਰ੍ਹਾਂ ਚੱਲ ਰਹੇ ਨੇ, ਲਾਈਨਮੈਨ ਦੇ ਧਰਨੇ ਤੁਸੀਂ ਦੇਖਿਆ ਹੀ ਹੈ ਕਿਸ ਤਰ੍ਹਾਂ ਪੁਲਿਸ ਨੇ ਉਹਨਾਂ ਨੂੰ ਕੁੱਟਿਆ ਮਾਰਿਆ। ਜੇ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚਲੇ ਜਾਓ ਤੁਹਾਨੂੰ ਉੱਥੇ ਧਰਨਾ ਮਿਲੇਗਾ, ਜੇ ਤੁਸੀਂ ਮਿਲਕ ਫੈਡ ਦੇ ਬਾਹਰ ਚਲੇ ਜਾਓ ਤੁਹਾਨੂੰ ਉੱਥੇ ਧਰਨਾ ਮਿਲੇਗਾ। ਇਸ ਟਾਈਮ ਪੰਜਾਬ 'ਚ 31 ਧਰਨੇ ਚੱਲ ਰਹੇ ਨੇ, ਸਿਰਫ ਇੱਕ ਐਡਵਰਟਾਈਜ਼ਮੈਂਟ ਦੇ ਨਾਮ ਤੇ ਕਿ ਤੁਸੀਂ ਉਹ ਧਰਨੇ ਦਿਖਾਣੇ ਨਹੀਂ। ਤੁਸੀਂ ਕੱਟੀ ਸੱਟੀ ਬਣਾਈ ਹੋਈ ਹੈ ਕਿ ਸਾਡੀ ਮਜ਼ਦੂਰੀ ਚੱਲਦੀ ਰਹੇ, ਉਹਦੇ ਨਾਲ ਸੱਚਾਈ ਨਹੀਂ ਛੁਪਣ ਲੱਗੀ। ਅਸਲ 'ਚ ਪੰਜਾਬ ਦੇ ਲੋਕ ਉਸ ਧਰਨੇ 'ਚ ਆ ਰਹੇ ਨੇ, ਬਾਹਰਲੇ ਨਹੀਂ ਆ ਰਹੇ। ਪੰਜਾਬ ਦੇ ਲੋਕ ਸਭ ਕੁਝ ਜਾਣਦੇ ਨੇ ਕਿ ਤੁਹਾਡੀ ਕੀ ਸੱਚਾਈ ਹੈ, ਤੁਸੀਂ ਕਿਵੇਂ ਲੁੱਟ ਰਹੇ ਹੋ। ਅੱਜ ਦੇ ਦਿਨ ਵੀ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਜਿਹੜਾ ਆ ਹਿਮਾਚਲ ਗਏ ਹੋਏ ਨੇ। ਪਹਿਲਾਂ 2 ਗਰੰਟੀਆਂ ਜਿਹੜੀਆਂ ਨੇ ਉੱਥੇ ਉਹਨਾਂ ਨੇ ਦੇ ਦਿੱਤੀਆਂ ਨੇ, ਅੱਜ ਹੋ ਸਕਦਾ ਹੈ ਕਿ ਕੋਈ ਤੀਜੀ ਗਰੰਟੀ ਵੀ ਦੇ ਦਿੱਤੀ ਹੋਵੇ ਉੱਥੇ। ਉਹਨਾਂ ਦੇ ਗਰੰਟੀਆਂ ਦੇ ਸਿਲਸਿਲੇ ਨੂੰ ਕਿਸ ਤਰੀਕੇ ਨਾਲ ਜਿਹੜਾ ਉਹਨੂੰ ਐਨਾਲਾਈਜ਼ ਕਰਦੇ, ਕਿਉਂਕਿ ਪੰਜਾਬ ਦੇ ਵਿੱਚ ਵੀ ਗਰੰਟੀਆਂ ਦਿੱਤੀਆਂ ਗਈਆਂ ਸੀਗੀਆਂ ਦਿੱਲੀ ਦੇ ਆਧਾਰ ਤੇ, ਹੁਣ ਪੰਜਾਬ ਨੂੰ ਆਧਾਰ ਰੱਖ ਕੇ ਹਿਮਾਚਲ 'ਚ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ। ਦੇਖੋ ਜੀ, ਆਪਾਂ ਨਾ ਕਿਸੇ ਦਿਨ ਬੈਠ ਕੇ ਇੱਕ ਗਰੰਟੀ ਨੂੰ ਤੇ ਉਹਨੂੰ ਕਿਵੇਂ ਪੂਰਾ ਕਰਨਾ ਉਸਦਾ ਮਾਡਲ ਵੀ ਸਮਝ ਸਕਦੇ, ਮੈਂ ਤੁਹਾਨੂੰ ਡਿਸਕਸ ਕਰ ਸਕਦਾ। ਪਰ ਮੈਂ ਬੜਾ ਅੱਜ ਤੁਹਾਨੂੰ 2-3 ਸਿੰਪਲ ਗੱਲਾਂ ਕਹਿਣਾ ਚਾਹੂੰਗਾ। ਜਿਸ ਦਿਨ ਉਹ 20,000 ਕਰੋੜ ਰੁਪਏ ਰੇਤੇ 'ਚੋਂ ਨਿਕਲਿਆ ਆ, 20-30 ਹਜ਼ਾਰ ਕਰੋੜ ਕਰਪਸ਼ਨ ਦਾ ਨਿਕਲਿਆ ਆ, ਤੇ 1000 ਰੁਪਏ ਔਰਤਾਂ ਨੂੰ ਮਿਲਣ ਲੱਗ ਗਏ, ਉਹਦੇ ਨਾਲ ਮੰਨੂਗਾ ਕਿ ਆਮ ਆਦਮੀ ਪਾਰਟੀ ਨੇ ਕੁਛ ਕੀਤਾ। ਜੇ ਕੋਈ ਗਰੰਟੀ ਤੁਸੀਂ ਪੂਰੀ ਨਹੀਂ ਕਰਨੀ, ਤੁਸੀਂ ਅੱਜ ਇੱਕ ਨਵੀਂ ਪਾਰਟੀ ਹੋ, ਤੁਹਾਡੇ ਤੇ ਬੋਝ ਨਹੀਂ, ਤੁਸੀਂ ਇੱਕ ਮੀਡੀਆ ਨਾਲ ਮਸ਼ਹੂਰੀ ਚਲਾ ਰਹੇ ਹੋ, ਤੁਸੀਂ ਬੀਜੇਪੀ ਦਾ ਚੰਗਾ ਮਾਡਲ ਚੱਕਿਆ ਹੋਇਆ ਹੈ, ਤੁਸੀਂ ਕਿਸੇ ਮਰਜ਼ੀ ਨੂੰ ਗੁੰਮਰਾਹ ਕਰਦੇ ਚੱਲੋ, ਪਰ ਕਦ ਤੱਕ ਚੱਲੂ ਝੂਠ ਦੀ ਗੱਡੀ? 6 ਮਹੀਨੇ ਤਾਂ ਪੰਜਾਬ 'ਚ ਹਵਾ ਨਿਕਲਣ ਲੱਗੀ, ਜਿੱਥੇ ਹੋਰ ਜਾ ਕੇ ਝੂਠ ਬੋਲੋਗੇ ਉਹ ਵੀ ਲੋਕ ਸਮਝ ਜਾਣਗੇ। ਠੀਕ ਹੈ, ਤੇ ਮੇਰਾ ਤਾਂ ਇਹ ਸੋਚਣਾ ਹੈ ਕਿ ਆਪਾਂ ਲੋਕਾਂ ਦੇ ਭਲੇ ਵਾਸਤੇ, ਪੰਜਾਬ ਦੇ ਪੰਜਾਬੀਆਂ ਦੇ ਭਲੇ ਵਾਸਤੇ ਰਾਜਨੀਤੀ ਕਰੀਏ, ਕਿਤੇ ਕਿਸਾਨੀ ਦਾ ਕੋਈ ਭਲਾ ਕਰ ਸਕੀਏ। ਇਹਨਾਂ ਡਰਾਮਾ ਤਾਂ ਤੁਸੀਂ ਇਹਨਾਂ ਨੇ ਕੁਝ ਦਿਨ ਪਹਿਲਾਂ ਰਾਘਵ ਚੱਡਾ ਜੀ ਨੇ ਰਾਜ ਸਭਾ ਦੇ ਅੰਦਰ MSP ਲਿਆਉਣ ਦੇ ਵਾਸਤੇ ਬੋਲਿਆ ਕਿ ਕਾਨੂੰਨੀ ਕਰ ਦਿਓ। ਪੰਜਾਬ ਵਿੱਚ ਥੋੜੇ 92 MLA ਨੇ, ਤੁਸੀਂ ਪੰਜਾਬ 'ਚ ਕਿਉਂ ਨਹੀਂ ਕਾਨੂੰਨੀ ਕਰ ਦਿੰਦੇ? ਤੁਸੀਂ ਰਾਜ ਸਭਾ ਜਾ ਕੇ ਡਰਾਮਾ ਕਰਦੇ ਹੋ, ਕਾਗਜ਼ ਫਾੜਦੇ ਹੋ, ਵਾਪਸ ਆ ਜਾਂਦੇ ਹੋ, ਇਹਦਾ ਮਤਲਬ ਕੀ ਹੈ? ਤੁਸੀਂ ਪੰਜਾਬ 'ਚ ਹੀ ਕਰ ਦਿੰਦੇ।
ਸੋ ਮੇਰੇ ਹਿਸਾਬ ਨਾਲ ਇਹ ਪੂਰਾ ਡਰਾਮਾ ਹੈ, ਗਰੰਟੀਆਂ ਦਾ ਡਰਾਮਾ ਹੈ, ਫਿਰ ਵਾਅਦੇ ਪੂਰੇ ਕਰਨ ਦਾ ਡਰਾਮਾ ਹੈ। ਜੋ ਤੁਸੀਂ ਰਿਐਲਿਟੀ ਉਹ ਤੁਹਾਨੂੰ ਦਿਖ ਰਹੀ ਹੈ। ਜੇ ਤੁਸੀਂ ਗੱਜਨ ਮਾਜਰੇ ਨੂੰ ਇਮਾਨਦਾਰ ਹੋਣ ਦਾ ਸਰਟੀਫਿਕੇਟ ਦੇ ਰਹੇ ਹੋ ਕੋਰਟ ਦੇ ਆਰਡਰ ਤੋਂ ਬਾਅਦ, ਜੇ ਤੁਸੀਂ ਐਕਸਾਈਜ਼ ਪਾਲਿਸੀ ਬਣਾ ਕੇ ਕਹਿ ਰਹੇ ਹੋ ਦੂਸਰੀ ਪਾਰਟੀ ਕੋਲ ਕੋਈ ਸਵਾਲ ਨਹੀਂ ਹੈ, ਕੋਈ ਗੱਲ ਨਹੀਂ, 6 ਮਹੀਨੇ ਹੋਰ ਕੱਢ ਲਓ, ਸਾਲ ਹੋਰ ਕੱਢ ਲਓ, ਲੋਕਾਂ ਨੂੰ ਸਭ ਪਤਾ ਹੀ ਹੈ। ਇਮਾਨਦਾਰੀ ਦੀ ਤੁਸੀਂ ਗੱਲ ਕੀਤੀ, ਲਗਾਤਾਰ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਤੋਂ ਬੜੇ ਸਵਾਲ ਜਵਾਬ ਹੋ ਰਹੇ ਨੇ, ਭਾਵੇਂ ਉਹ ਭਾਰਤ ਭੂਸ਼ਣ ਆਸ਼ੂ ਜੀ ਹੋਣ, ਤੇ ਨਾਲ ਹੁਣ ਜਿਹੜੀ ਹੈ ਕਾਰਵਾਈ ਕਹਿੰਦੇ ਕਿ ਨਾਲ ਦੇ ਨਾਲ ਮਨਪ੍ਰੀਤ ਬਾਦਲ ਸਾਹਿਬ ਤੇ ਵੀ ਸ਼ੁਰੂ ਹੋਏਗੀ, ਤੇ ਕਹਿੰਦੇ ਅੱਧਾ ਦਰਜਨ ਹੋਰ ਜਿਹੜੇ ਮੰਤਰੀ ਨੇ ਉਹਨਾਂ ਤੇ ਵੀ ਕਾਰਵਾਈ ਨਾਲ ਦੇ ਨਾਲ ਸ਼ੁਰੂ ਹੋਏਗੀ। ਉਹ ਕਹਿੰਦੇ ਕਿ ਜਿਹੜੀ ਪੁਰਾਣੀ ਸਿਆਸਤ ਹੋਈ ਹੈ, ਕਹਿੰਦੇ ਰੋਣ ਵਾਲੇ ਹਾਲਾਤ ਸੀਗੇ ਪੰਜਾਬ ਦੇ। ਦੇਖੋ, ਜੇ ਕਿਸੇ ਤੇ ਲੱਗਦਾ ਹੈ ਸਰਕਾਰ ਨੂੰ ਕਿ ਉਹਨਾਂ ਨੇ ਕੋਈ ਗਲਤ ਕੰਮ ਕੀਤਾ, ਕਾਰਵਾਈ ਹੋਵੇ, ਕੋਰਟ ਜਾਣ, ਲੀਗਲ ਪ੍ਰੋਸੀਜਰ ਫੋਲੋ ਹੋਵੇ, ਤੇ ਜੇ ਕੋਰਟ ਸਜ਼ਾ ਦਿੰਦਾ ਮਨਜ਼ੂਰ ਹੈ। ਮੇਰਾ ਤਾਂ ਇਹ ਸੋਚਣਾ ਹੈ, ਮੈਂ ਤਾਂ ਆਪਣੀ ਜ਼ਿੰਦਗੀ ਬੜੀ ਇਮਾਨਦਾਰੀ ਨਾਲ ਬਿਤਾਈ ਹੈ। ਮੇਰੇ ਫਾਦਰ ਸਾਹਿਬ 2 ਵਾਰੀ ਐਮਐਲਏ ਜਿੱਤੇ ਸੀ, ਪਿੰਡ ਰਹਿੰਦੇ ਨੇ, ਖੇਤੀ ਕਰਦੇ ਨੇ। ਮੈਂ ਜੋ ਵੀ ਆਪਣੀ ਜ਼ਿੰਦਗੀ ਕੀਤਾ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਕਰਨ ਦਾ ਕੋਸ਼ਿਸ਼ ਕੀਤਾ, ਪੰਜਾਬ ਦਾ ਭਲੇ ਵਾਸਤੇ ਸੋਚਿਆ ਤਾਂ ਰਾਜਨੀਤੀ 'ਚ ਆਇਆ। ਇਸ ਕਰਕੇ ਮੇਰੀ ਤਾਂ ਸੋਚ ਬੜੀ ਅਲੱਗ ਹੈ। ਮੇਰਾ ਤਾਂ ਕਹਿਣਾ ਹੈ ਕਿ ਜੇ ਕੋਈ ਬੰਦਾ ਕਰਪਟ ਹੈ, ਜੇ ਕੋਈ ਸਾਬਤ ਹੁੰਦਾ ਕੋਰਟ 'ਚੋਂ, ਉਹਨੂੰ ਸਜ਼ਾ ਦਿਓ। ਕਿਸੇ ਵੀ ਬੰਦੇ ਨੂੰ ਚੱਕ ਕੇ ਮਸ਼ਹੂਰੀ ਕਰਨੀ, ਅਸੀਂ ਚੱਕ ਲਿਆ ਜੀ, ਆਹ ਕਰ ਲਿਆ, ਹੁਣ ਧਰ ਲਿਆ, ਇੱਥੇ ਲੈ ਗਏ, ਉੱਥੇ ਲੈ ਗਏ, ਉਹਦੇ ਕੁਝ ਨਹੀਂ, ਉਹ 2-3 ਮਹੀਨੇ ਸਾਰੀ ਗੱਲ ਬਾਹਰ ਆ ਜਾਣੀ, ਫਿਰ ਉਹਨੂੰ ਕੋਰਟ ਬੇਲ ਕੋਈ ਦੇ ਜਾਂਦਾ। ਜੇ ਕੋਰਟ ਤੋਂ ਕਿਸੇ ਨੂੰ ਸਜ਼ਾ ਹੁੰਦੀ ਹੈ ਤੇ ਉਹ ਸਿਰ ਮੱਥੇ। ਜਿੱਤੇ ਗੱਜਨ ਮਾਜਰੇ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਹੀ ਗੱਲ ਕਰ ਰਹੇ ਨੇ, ਕੋਈ ਕੋਰਟ ਵੱਲੋਂ ਆਰਡਰ ਆਇਆ। ਜੇ ਕੋਰਟ ਕਿਸੇ ਨੂੰ ਕਰਪਸ਼ਨ ਦਾ ਐਲੀਗੇਸ਼ਨ ਲਗਾਉਂਦਾ, ਕਹਿੰਦਾ ਇਹਦੀ ਪ੍ਰਾਪਰਟੀਆਂ ਅਟੈਚ ਕਰੋ, ਤੇ ਫਿਰ ਤਾਂ ਆਪਾਂ ਨੂੰ ਮੰਨਣਾ ਪਏਗਾ ਨਾ। ਜਾਂ ਆਪਾਂ ਆਮ ਆਦਮੀ ਪਾਰਟੀ ਦਾ ਬੰਦਾ ਹੋਇਆ ਤੇ ਇਮਾਨਦਾਰੀ ਸਰਟੀਫਿਕੇਟ ਬਣ ਦਿਓ, ਕਿਸੇ ਹੋਰ ਪਾਰਟੀ ਦਾ ਹੋਵੇ ਉਹੀ ਇੰਜਾਮ ਲਾਉਂਦੇ ਰਹੋ, ਉਹ ਤਾਂ ਨਹੀਂ ਚੱਲੇਗਾ। ਅਮਰਗੜ੍ਹ ਦੇ ਬਾਰੇ ਗੱਲ ਕਰਦੇ ਹਾਂ ਕਿ ਅਮਰਗੜ੍ਹ ਦੇ ਕੀ ਹਾਲਾਤ ਨੇ, ਕਿਸ ਤਰੀਕੇ ਨਾਲ ਅਮਰਗੜ੍ਹ ਦੀ ਡਿਵੈਲਪਮੈਂਟ ਚੱਲ ਰਹੀ, ਕਿਉਂਕਿ ਇਲੈਕਸ਼ਨਸ ਤੋਂ ਪਹਿਲਾਂ ਵੀ ਅਸੀਂ ਗੱਲ ਕਰਦੇ ਸੀਗੇ, ਤਦ ਵੀ ਦੇਖਦੇ ਸੀਗੇ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਸੁਧਾਰ ਕਰਨੇ ਜਾਂ ਉਹਨਾਂ ਨੂੰ ਡਿਵੈਲਪ ਕਰਨ ਦੇ ਵਿੱਚ ਬਹੁਤ ਲੋੜ ਸੀਗੀ। ਲੇਕਿਨ ਹੁਣ ਕਿਹੋ ਜਿਹੇ ਹਾਲਾਤ ਨੇ, ਕਿਉਂਕਿ ਅਕਸਰ ਕਿਹਾ ਜਾਂਦਾ ਕਿ ਬਹੁਤ ਸਾਰੀਆਂ ਤਬਦੀਲੀਆਂ ਹੋ ਗਈਆਂ, 6 ਮਹੀਨੇ ਦੇ ਵਿੱਚ ਹਰ ਤਰੀਕੇ ਦੇ ਐਫਰਟ ਕੀਤੇ ਜਾ ਰਹੇ ਨੇ। ਦੇਖੋ, 370 ਕਰੋੜ ਦੇ ਕੰਮ ਕਰਾਏ ਸੀ ਪਿਛਲੇ 5 ਸਾਲ ਦੀ ਕਾਂਗਰਸ ਸਰਕਾਰ ਨੇ। ਅਹਿਮਦਗੜ੍ਹ ਦਾ ਪੁਲ ਹੋਵੇ, ਸਾਡੇ ਉੱਥੇ ਕਿੰਨੀਆਂ ਸੜਕਾਂ ਬਣੀਆਂ, ਸਕੂਲ ਬਣੇ, ਕਿੰਨੇ ਕੰਮ ਹੋਏ। ਅੱਜ ਵੈਸੇ ਤਾਂ ਨੈਸ਼ਨਲ ਐਕੈਡਮਿਕ ਜਿਹੜੀ ਸਰਵੇ ਹੈ ਉਹ ਤਾਂ ਇਹ ਕਹਿੰਦਾ ਕਿ ਪੰਜਾਬ ਕਾਂਗਰਸ ਟਾਈਮ ਦੁਨੀਆ ਦੇਸ਼ ਸਭ ਤੋਂ ਚੰਗਾ ਪੜ੍ਹਾਈ ਵਿੱਚ ਸੀਗਾ। ਮੈਨੂੰ ਇਹ ਲੱਗਦਾ ਹੈ ਕਿ ਅਮਰਗੜ੍ਹ ਦੇ ਅੰਦਰ ਬਹੁਤ ਡੂੰਘੀਆਂ ਮੁਸ਼ਕਿਲਾਂ ਨੇ। ਰੋਜ਼ਗਾਰ ਦੀ ਮੁਸ਼ਕਿਲ ਹੈ, ਹਸਪਤਾਲਾਂ ਦੀ ਮੁਸ਼ਕਿਲ ਹੈ, ਹਸਪਤਾਲ ਦੀ ਫੈਸਿਲਿਟੀਆਂ ਅੱਜ ਵੀ ਨਹੀਂ ਹੈ, ਉਹ ਖਾਲੀ ਕਮਰੇ ਤੁਸੀਂ ਨਵੇਂ ਬਣਾ ਕੇ ਛੱਡੀ ਜਾਂਦੇ ਹੋ। ਜਿਹੜਾ ਉੱਥੇ ਸਟਾਫ ਹੈ, ਸਾਡੇ ਜਿਹੜੇ ਪੁਰਾਣੇ ਹਸਪਤਾਲ ਦੇ ਹੈਗੇ ਨੇ, ਉਹ ਕਾਲਜਾਂ ਸਟਾਫ ਨਹੀਂ ਹੈਗਾ। ਤੁਸੀਂ ਸਕੂਲਾਂ ਵਿੱਚ ਸਾਡੇ ਟੀਚਰਾਂ ਦੀ ਮੁਸ਼ਕਿਲ ਹੈ। ਸਾਡੇ ਉੱਥੇ ਬਹੁਤ ਸਾਰਾ ਅਹਿਮਦਗੜ੍ਹ ਦੇ ਆਸ-ਪਾਸ ਲੋਕ ਸਬਜ਼ੀਆਂ ਲਾਉਂਦੇ ਨੇ, ਉੱਥੇ ਕੋਈ ਫੂਡ ਪ੍ਰੋਸੈਸਿੰਗ ਦੀ ਇੰਡਸਟਰੀ ਆਵੇ, ਉੱਥੇ ਕੋਈ ਨਵੇਂ ਕਾਰਖਾਨੇ ਆਉਣ, ਰੋਜ਼ਗਾਰ ਮਿਲੇ। ਸਾਡੇ ਅਹਿਮਦਗੜ੍ਹ ਵਿੱਚ ਟ੍ਰੇਨ ਰੁਕਣੀ ਚਾਹੀਦੀ ਹੈ, ਉੱਥੇ ਸਪੋਰਟਸ ਸਟੇਡੀਅਮ ਦੀ ਮੰਗ ਹੈ, ਪਾਣੀ ਦੀ ਨਿਕਾਸੀ ਦੀ ਡਿਮਾਂਡ ਹੈ। ਇਹ ਸਾਰੀ ਚੀਜ਼ਾਂ ਨੂੰ ਤਾਂ ਕੋਈ ਗੌਰ ਨਹੀਂ ਕਰ ਰਿਹਾ। ਇੱਕ ਮਸ਼ਹੂਰੀ ਜੀ ਬਣਾ ਕੇ ਇੱਕ ਕਰਪਟ ਐਮਐਲਏ ਨੂੰ ਤੁਸੀਂ ਇਮਾਨਦਾਰ ਹੋਣ ਦਾ ਉਹ ਦੇਈ ਜਾ ਰਹੇ ਹੋ। ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਮਰਗੜ੍ਹ ਤੋਂ ਬਾਹਰ ਬਹੁਤ ਡੂੰਘੀਆਂ ਨੇ। ਕਿਸਾਨੀ ਦੀ ਮੁਸ਼ਕਿਲ ਬਹੁਤ ਡੂੰਘੀ ਹੈ। ਤੁਸੀਂ ਖੇਤੀ ਕਾਨੂੰਨ ਦੇ ਖਿਲਾਫ ਲੜਾਈ ਲੜੀ, ਤੁਸੀਂ ਜਿੱਤ ਕੇ ਵਾਪਸ ਆ ਗਏ। ਇਹਦੇ ਨਾਲ ਪੰਜਾਬ ਦੇ ਖੇਤੀ ਕ੍ਰਾਈਸਿਸ ਖਤਮ ਨਹੀਂ ਹੋਇਆ, ਉਹ ਤਾਂ 25 ਸਾਲਾਂ ਤੋਂ ਚੱਲ ਰਿਹਾ ਤੇ ਵੱਧਦਾ ਜਾ ਰਿਹਾ। ਪਾਣੀ ਖਤਮ ਹੁੰਦਾ ਜਾ ਰਿਹਾ ਹੈ, ਸਬਸਟੋਇਲ ਸਟਰਕਚਰ ਖਤਮ ਹੁੰਦਾ ਜਾ ਰਿਹਾ ਹੈ। ਅੱਜ ਵੀ ਪੰਜਾਬ ਦੇ ਕਿਸਾਨ ਦੀ ਆਮਦਨ ਨਹੀਂ ਵਧ ਰਹੀ, ਪਿਛਲੇ 10-12 ਸਾਲਾਂ ਤੋਂ ਉਪਜ ਨਹੀਂ ਵਧੀ। ਉਹਦੇ ਬਾਰੇ ਕਿਸਾਨ ਹਜੇ ਵੀ ਤਿਆਰ ਨੇ, ਕਹਿੰਦੇ ਨਵੰਬਰ 'ਚ ਦੁਬਾਰਾ ਚੰਡੀਗੜ੍ਹ ਤੇ ਜਿਹੜਾ ਧਰਨਾ ਲਗਾਇਆ ਜਾਏਗਾ ਕਿ ਡੈਮ ਸੇਫਟੀ ਐਕਟ ਤੇ ਪੰਜਾਬ ਸਰਕਾਰ ਕੁਝ ਨਹੀਂ ਬੋਲੀ ਤੇ SYL ਜਿਹੜਾ ਸੁਪਰੀਮ ਕੋਰਟ ਨੇ ਪਾਸ ਕਰ। ਤੇ ਤੁਸੀਂ ਪੰਜਾਬ ਦੇ ਹਰ ਮੁੱਦੇ ਤੇ ਪੰਜਾਬ ਨੂੰ ਧੋਖਾ ਦੇ ਰਹੇ ਹੋ, ਪਾਣੀਆਂ ਦੇ ਮੁੱਦੇ ਧੋਖਾ ਦੇ ਰਹੇ ਹੋ। ਮੇਰਾ ਤਾਂ ਇਹ ਸੋਚਣਾ ਹੈ ਕਿ ਇਹ ਸਾਰੀ ਜਿਹੜੀ ਪੋਲਿਟਿਕਸ ਹੈ ਨਾ, ਇਹਨੇ ਸਵਾਲ ਪੁੱਛਿਆ, ਇਹਨੇ ਦਾਗ ਲਾਇਆ, ਇਸ ਤੋਂ ਉੱਪਰ ਉੱਠ ਕੇ ਆਪਾਂ ਇਹਦਾ ਕੋਈ ਹੱਲ ਕੱਢੀਏ। ਤੁਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹੋ, ਅੱਜ ਆਪਾਂ 3 ਗੁਣਾ SYL ਤੋਂ ਪਾਣੀ ਜੀਰੇ ਲਾ ਕੇ ਬਾਹਰ ਕੱਢਦੇ ਹਾਂ, ਪਰ ਕਿਸਾਨ ਦੀ ਮਜਬੂਰੀ ਹੈ, ਉਹਨੂੰ MSP ਉਸ 'ਤੇ ਮਿਲਦੀ ਹੈ। ਤੁਸੀਂ ਇੱਕ ਉਹ ਝੂਠਾ ਜਿਹਾ ਚਲਾਇਆ ਸੀ ਕਿ ਮੂੰਗੀ ਦੀ ਦਾਲ 'ਤੇ ਅਸੀਂ MSP ਦੇਵਾਂਗੇ, ਜ਼ਿਆਦਾਤਰ ਕਿਸਾਨ ਔਖੇ ਹੋ ਕੇ ਬਹਿ ਗਏ। ਤੁਸੀਂ ਕੋਈ ਅੱਛਾ ਸਿਸਟਮ ਬਣਾਉਂਦੇ, ਤੁਸੀਂ 4 ਚੀਜ਼ਾਂ 'ਤੇ MSP ਦਿੰਦੇ। ਆਇਲ ਸੀਡ 70% ਅਸੀਂ ਬਾਹਰੋਂ, ਤੇਲ ਵੀ ਅਸੀਂ ਬਾਹਰੋਂ ਮੰਗਾਉਂਦੇ ਹਾਂ, ਉਹ ਪੰਜਾਬ ਚੁੱਕ ਸਕਦੇ ਨੇ। ਤੁਸੀਂ ਉਸ 'ਤੇ ਕੋਈ ਪਾਲਿਸੀ ਬਣਾਉਂਦੇ ਤਾਂ ਸਾਨੂੰ ਲੱਗਦਾ ਕੁਝ ਕਰ ਰਹੇ ਹੋ। 1000 ਰੁਪਏ ਔਰਤਾਂ ਨੂੰ ਦਿੰਦੇ, 20,000 ਕਰੋੜ ਰੇਤੇ 'ਚੋਂ ਕੱਢਦੇ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਤਾਂ ਗੱਲਾਂ ਬਣਾ ਕੇ ਉਵੇਂ ਪੇਸ਼ ਕਰੀ ਜਾ ਰਹੇ ਹੋ। ਕਿੰਨੀ ਦੇਰ ਚੱਲਣਗੀਆਂ? ਇਲੈਕਸ਼ਨ ਤੋਂ ਪਹਿਲਾਂ ਵੀ ਅਸੀਂ ਦੇਖਦੇ ਰਹੇ ਕਿ 3-4 ਸਾਲ ਲੋਕਾਂ ਨੇ ਗੱਲਾਂ ਚਲਾਈਆਂ, ਲੋਕ ਮੰਨ ਗਏ ਯਾਰ ਇਹ ਕੁਝ ਕਰ ਲੈਣਗੇ। ਹੁਣ ਲੋਕਾਂ ਨੇ ਮੌਕਾ ਦਿੱਤਾ, ਤੁਹਾਡੇ ਕੋਲ ਪੂਰੀ ਤਾਕਤ ਹੈ, 92 MLA ਨੇ। ਮੈਂ ਤਾਂ ਕਹਿੰਦਾ ਤੁਸੀਂ ਵਾਰੀ ਜਾ ਕੇ ਕੀ ਕਰੀ ਜਾਂਦੇ ਹੋ? ਦਿੱਲੀ ਜਾ ਕੇ ਕਹਿੰਦੇ ਅਸੀਂ MSP ਕਾਨੂੰਨੀ ਕਰ ਦਿਓ, ਤੁਸੀਂ ਪੰਜਾਬ 'ਚ ਹੀ ਕਰ ਦਿਓ। ਦੂਜੇ ਪਾਸੇ ਜੇਕਰ ਮੈਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਾਂ, ਤੁਸੀਂ ਉਹਨਾਂ ਦੇ ਵੀ ਨਜ਼ਦੀਕੀ ਰਹੇ ਹੋ, ਤੇ ਹੁਣ ਕੀ ਹਾਲਾਤ ਨੇ, ਕਿਸ ਤਰੀਕੇ ਨਾਲ ਜੇਕਰ ਨਵਜੋਤ ਸਿੰਘ ਸਿੱਧੂ ਜਦ ਬਾਹਰ ਆਣਗੇ ਉਸ ਤੋਂ ਬਾਅਦ ਕੀ ਸਿਆਸਤ ਚੱਲੇਗੀ, ਕੀ ਉਹ ਪਾਰਟੀ ਦੇ ਵਿੱਚ ਰਹਿਣਗੇ ਜਾਂ ਹੁਣ ਉਹ ਕੋਈ ਨਵੀਂ ਪਾਰਟੀ ਸ਼ੁਰੂ ਕਰਨਗੇ, ਉਧਰਲੇ ਪਾਸੇ ਕੀ ਚੀਜ਼ ਹੈਗੀ ਹੈ? ਦੇਖੋ, ਅੱਜ ਮੈਂ ਇਸ ਮੁੱਦੇ 'ਤੇ ਗੱਲ ਕਰਨਾ ਚਾਹੂੰਗਾ, ਪਰ ਮੈਂ ਤੁਹਾਨੂੰ ਇੱਕ ਗੱਲ ਇੱਥੇ ਜ਼ਰੂਰ ਕਹਿਣਾ ਚਾਹੂੰਗਾ ਕਿ ਆਮ ਆਦਮੀ ਪਾਰਟੀ ਨਾ ਬਹੁਤ ਵਾਰੀ ਇਹ ਬਣਾ ਕੇ ਕਿ ਕਾਂਗਰਸ ਦਾ ਆਹ ਲੀਡਰ ਐਂ ਚੱਲਦਾ, ਆਹ ਲੀਡਰ ਐਂ ਚੱਲਦਾ, ਅਸਲ ਵਿੱਚ ਸਾਤੋਂ ਮੱਝਦੇ ਨੇ ਕਿ ਸਾਡੇ ਕੋਲ 5, 10, 15 ਚੰਗੇ ਲੀਡਰ ਨੇ ਪੰਜਾਬ 'ਚ। ਉਹਨਾਂ ਵਿਚਾਰੇ ਕੋਲ ਇੱਕੋ ਹੀ ਬੰਦਾ, ਉਹਦੇ ਪਿੱਛੇ ਸਾਰੀ ਗੇਮ ਚਲਾਈ ਜਾਂਦੇ। ਬਾਕੀ ਲੇਕਿਨ ਨਵਜੋਤ ਸਿੰਘ ਸਿੱਧੂ ਉਹਨਾਂ 'ਚੋਂ ਇੱਕ ਸੀਗੇ ਜਿਨ੍ਹਾਂ ਤੋਂ ਸਾਰੇ ਮੱਚਦੇ ਸੀ।
ਨਹੀਂ, ਆਮ ਆਦਮੀ ਪਾਰਟੀ ਵਾਲੇ ਜ਼ਿਆਦਾ ਮੱਚਦੇ ਨੇ, ਸਾਡੇ ਸਾਰੇ ਲੀਡਰਾਂ ਤੋਂ ਮੱਚਦੇ ਨੇ। ਇਹਨਾਂ ਨੂੰ ਐ ਰਹਿੰਦਾ ਕਿ ਇਹਨਾਂ ਨੇ ਕਿਤੇ ਨਾ ਇਹਨਾਂ ਦੀ ਲੜਾਈ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੀਏ। ਮੇਰਾ ਬੜਾ ਕਲੀਅਰ ਸੋਚਣਾ ਹੈ, ਸਾਰੇ ਕਾਂਗਰਸ ਪਾਰਟੀ ਦੇ ਨਾਲ ਨੇ, ਕਾਂਗਰਸ ਪਾਰਟੀ ਦੇ ਵਿੱਚ ਨੇ, ਇਹਨੂੰ ਵਾਰੀ ਵੰਡੋ ਨਾ। ਇਹ ਇੱਕ ਪਾਰਟੀ ਹੈ। ਮੈਂ ਕਾਂਗਰਸ ਪਾਰਟੀ ਅੰਦਰ ਕਿਉਂ ਆ? ਕਿਉਂਕਿ ਮੈਂ ਨਾ ਕਿਤੇ ਦੇਸ਼ ਦੇ ਸੰਵਿਧਾਨ ਦੇ ਅੰਦਰ ਯਕੀਨ ਰੱਖਦਾ। ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਦੇ ਅੰਦਰ ਜਿਸ ਲੈਵਲ ਦੀ ਕਰਪਸ਼ਨ ਹੈ, ਤਾਂ ਮੈਂ ਵੀ ਨਹੀਂ ਸੋਚਿਆ ਸੀ ਕਿ ਇੰਨੀ ਕਰਪਟ ਪਾਰਟੀ ਬਣੇਗੀ, ਪਰ ਮੈਂ ਜ਼ਰੂਰ ਸੋਚਦਾ ਸੀ ਕਿ ਯਾਰ ਇਹਨਾਂ ਅੰਦਰ ਨਾ ਲੋਕਾਂ ਪ੍ਰਤੀ ਇਨਸਾਫ ਕਰਨ ਦੀ ਸੋਚ ਨਹੀਂ ਹੈਗੀ। ਉਹ ਮੈਂ ਦੇਸ਼ ਦੇ ਸੰਵਿਧਾਨ 'ਚੋਂ ਹਮੇਸ਼ਾ ਲੈ ਕੇ ਆਉਣਾ ਕਿ ਕਿਤੇ ਨਾ ਕਿਤੇ ਔਰਤਾਂ ਦਾ ਇਨਸਾਫ ਹੋਵੇ, ਪਿਛੜੇ ਵਰਗ ਦੇ ਵਾਸਤੇ ਇਨਸਾਫ ਹੋਵੇ, ਸਿੱਖਾਂ ਦੇ ਹੱਕਾਂ ਦੀ ਗੱਲ ਹੋਵੇ, ਮੁਸਲਮਾਨਾਂ ਦੇ ਹੱਕਾਂ ਦੀ ਗੱਲ ਹੋਵੇ, ਹਿੰਦੂਆਂ ਦੇ ਹੱਕਾਂ ਦੀ ਗੱਲ ਹੋਵੇ, ਹਰ ਤਰ੍ਹਾਂ ਦਾ ਸਮਾਜ ਦਾ ਵਿਕਾਸ ਹੋ ਸਕੇ, ਜਿਹੜਾ ਕਮਜ਼ੋਰ ਹੈ ਉਹਨੂੰ ਬਚਾਉਣ ਦੀ ਗੱਲ ਹੋਵੇ। ਉਹ ਜਿਹੜੀ ਸੋਚ ਹੈ ਮੇਰੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਕਿਉਂਕਿ ਕਿਸੇ ਵੀ ਸਮਾਜ ਦੀ ਤਰੱਕੀ ਵਾਸਤੇ ਸਾਨੂੰ ਹਰ ਵਰਗ ਦੀ ਆਜ਼ਾਦੀ, ਹਰ ਵਰਗ ਦੇ ਹੱਕ ਦਿਵਾਉਣੇ ਬਹੁਤ ਜ਼ਰੂਰੀ ਨੇ। ਅਤੇ ਮੈਂ ਇਸ ਕਰਕੇ ਹਮੇਸ਼ਾ ਸੋਚਦਾ ਰਿਹਾ ਕਿ ਯਾਰ ਇਹ ਸੋਚ ਵਿਚਾਰਧਾਰਾ ਨਾਲ ਮੈਂ ਜੁੜ ਕੇ ਰਹਿਣਾ, ਕਿ ਸੰਵਿਧਾਨ ਦੀ ਵਿਚਾਰਧਾਰਾ ਨਾਲ ਜੁੜ ਕੇ ਰਹਿਣਾ, ਕਿਤੇ ਪੰਜਾਬ ਦੇ ਹੱਕ ਦੀ ਲੜਾਈ ਲੜਨੀ। ਅਤੇ ਮੈਂ ਜਦੋਂ ਹੁਣ ਆਮ ਆਦਮੀ ਪਾਰਟੀ ਦੇ ਹਾਲਾਤ ਦੇਖਦਾ, ਉਹਨਾਂ ਨੇ ਥੋੜ੍ਹਾ ਮੋਟਾ ਕਾਂਗਰਸ ਦਾ ਕਾਪੀ ਜਿਹਾ ਕਰ ਲਿਆ ਸਿਸਟਮ, ਥੋੜ੍ਹਾ ਜਿਹਾ ਬੀਜੇਪੀ ਦਾ ਕਾਪੀ ਕਰ ਲਿਆ। ਉਹਨਾਂ ਦਾ ਕੋਈ ਵਿਜ਼ਨ ਹੀ ਨਹੀਂ ਇਸ ਗੱਲ 'ਤੇ ਕਿ ਪੰਜਾਬ ਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ, ਦੇਸ਼ ਨੂੰ ਕਿਸ ਤਰ੍ਹਾਂ ਦੇਖਦੇ ਹਾਂ। ਉਹਨੇ ਸਿੰਪਲ ਜਿਹਾ ਬਣਾ ਲਿਆ ਕਿ ਸਰਕਾਰ ਆਊਗੀ ਤੁਹਾਨੂੰ ਸਰਵਿਸ ਦਊਗੀ। ਪੰਜਾਬ ਵਿੱਚ ਉਹਨਾਂ ਖਜ਼ਾਨਾ ਖਾਲੀ ਹੈ, ਸਰਵਿਸ ਦੇ ਨਹੀਂ ਪਾ ਰਹੇ, ਇਸ ਲਈ ਉਹਨਾਂ ਨੇ ਐਡਵਰਟਾਈਜ਼ਮੈਂਟ ਚਲਾਉਣ ਦਾ ਸਿਸਟਮ ਬਣਾਇਆ ਅਤੇ ਦੂਸਰੇ ਲੋਕਾਂ ਦੇ ਰੋਪ ਲਈ ਜਾ ਰਹੇ ਨੇ। ਇਹ ਕਿੰਨੀ ਦੇਰ ਤੱਕ ਚੱਲੂ? ਬਿਲਕੁਲ, ਇਹ ਅਸੀਂ ਸਮਿਤ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਸਿੱਧੇ ਤੌਰ 'ਤੇ ਜਿਹੜੇ ਪਹਿਲਾਂ ਗੱਲ ਕੀਤੀ ਗੱਜਨ ਮਾਜਰਾ ਜਿਹੜੇ ਅਮਰਗੜ੍ਹ ਤੋਂ ਐਮਐਲਏ ਨੇ, ਉਹਨਾਂ ਦੇ ਬਾਰੇ ਜਿਹੜੀ ਇਹ ਜਾਣਕਾਰੀ ਦਿੱਤੀ ਕਿ 52 ਕਰੋੜ ਦਾ ਜਿਹੜਾ ਆ ਘਪਲਾ ਹੈਗਾ ਆ, ਜਿਹੜਾ ਕੋਰਟ ਨੇ ਵੀ ਉਹਦੇ ਉੱਤੇ ਆਰਡਰ ਦੇ ਦਿੱਤਾ, ਲੇਕਿਨ ਹਜੇ ਤੱਕ ਉਹਨਾਂ ਦੇ ਉੱਤੇ ਕੋਈ ਵੀ ਐਕਸ਼ਨ ਜਿਹੜਾ ਮੌਜੂਦਾ ਸਰਕਾਰ ਦੇ ਵੱਲੋਂ ਨਹੀਂ ਲਿਆ ਗਿਆ। ਬਹੁਤ ਸਾਰੇ ਸਵਾਲ ਚੁੱਕੇ ਨੇ ਕਿ ਜੇਕਰ ਜਵਾਬ ਦੇਣਾ ਹੈ ਤਾਂ ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਣ। ਜੇਕਰ ਕਿਹਾ ਜਾਂਦਾ ਆ ਕਿ ਆਮ ਆਦਮੀ ਪਾਰਟੀ ਬਿਲਕੁਲ ਕਰਪਸ਼ਨ ਮੁਕਤ ਹੈ, ਅਤੇ ਫਿਰ ਅਜਿਹੇ ਲੋਕਾਂ ਨੂੰ ਕਿਉਂ ਆਮ ਆਦਮੀ ਪਾਰਟੀ ਤੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਜਾਂ ਉਹਨਾਂ ਨੂੰ ਕਿਉਂ ਰੱਖਿਆ ਜਾ ਰਿਹਾ ਆ? ਬਹੁਤ ਸਾਰੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ, ਲੇਕਿਨ ਇਹ ਬਹੁਤ ਗੰਭੀਰ ਨੇ। ਜੇਕਰ ਅਜਿਹੇ ਇਲਜ਼ਾਮ ਲੱਗਦੇ ਨੇ ਮੌਜੂਦਾ ਸਰਕਾਰ 'ਤੇ, ਕੀ ਇਹਦਾ ਹੱਲ ਨਿਕਲ ਕੇ ਆਉਂਦਾ ਉਹ ਦੇਖਣਾ ਹੋਏਗਾ। ਲੇਕਿਨ ਇਸ ਵਕਤ ਜਿਹੜੀ ਹੈ, ਕੱਲ੍ਹ ਦੇ ਦਿਨ ਇੱਕ ਰੇਡ ਜ਼ਰੂਰ ਹੋਈ ਗੱਜਨ ਮਾਜਰਾ ਦੇ ਘਰ। ਬੈਂਕ ਆਫ ਇੰਡੀਆ ਨੇ ਜਿਹੜਾ ਹੈ ਕੇਸ ਦਰਜ ਕਰਵਾਇਆ ਸੀਗਾ ਕਿ ਘਪਲਾ ਜਿਹੜਾ ਹੈ ਵੱਡਾ ਹੋਇਆ ਹੈ। ਕੈਮਰਾਮੈਨ ਜੇਪੀ ਦੇ ਨਾਲ ਅਨੂਜਾ ਸ਼ਰਮਾ, ਗਲੋਬਲ ਪੰਜਾਬ ਟੀਵੀ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।